हाँ जी, सत श्री अकाल। मैं कुलदीप सिंह सिद्धू, BTech MTech PhD, 4 टाइम गेट क्वालिफाइड, UGC नेट क्वालिफाइड एंड आई हैव मोर दैन 8 ईयर टीचिंग एक्सपीरियंस। सो इस ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਸਬ ਇੰਸਪੈਕਟਰ ਦਾ ਪੇਪਰ ਆ ਰਿਹਾ, ਜਿਵੇਂ ਤੁਸੀਂ ਬਹੁਤ ਸਾਰੇ ਬੱਚਿਆਂ ਦੇ ਤੁਹਾਡੇ ਮੈਨੂੰ ਮੈਸੇਜ ਆਏ ਕਿ ਆਪਾਂ ਸਬ ਇੰਸਪੈਕਟਰ ਵਾਸਤੇ ਕੰਪਿਊਟਰ ਸਟਾਰਟ ਕਰੋ, ਹੈ ਨਾ। ਸੋ ਆਪਾਂ ਸਟਾਰਟ ਕਰਾਂਗੇ, ਬਿਲਕੁਲ ਕਰਾਂਗੇ। ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਨਵਾਂ ਅਸੀਂ ਪਲੇਟਫਾਰਮ ਲਾਂਚ ਕਰ ਰਹੇ ਹਾਂ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ, ਦੇਖਾਂਗੇ ਕਿ ਉਹ ਪਲੇਟਫਾਰਮ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਪੇਪਰ ਦੇ ਵਿੱਚ। ਠੀਕ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 30 ਨੰਬਰ ਦਾ ਪੇਪਰ ਹੈ ਜਿਹੜਾ ਉਹ ਕੰਪਿਊਟਰ ਦੇ ਵਿੱਚ ਆਉਂਦਾ ਹੈ ਨਾ, ਤੇ ਉਹ 30 ਨੰਬਰ ਹੀ ਡਿਸਾਈਡ ਕਰਦੇ ਨੇ ਕਿ ਕੀ ਸਾਡਾ ਅਸੀਂ ਮੈਰਿਟ ਦੇ ਵਿੱਚ ਆਵਾਂਗੇ ਕਿ ਨਹੀਂ ਆਵਾਂਗੇ, ਹੈ ਨਾ। ਸੋ ਕੰਪਿਊਟਰ ਦਾ ਸਬਜੈਕਟ ਹੈ ਜਿਹੜਾ ਲਾਸਟ ਟਾਈਮ ਵੀ ਬੜੇ ਕਹਿ ਲਓ ਵੀ ਭੁਲੇਖੇ ਪਾਏ ਸੀ ਲੋਕਾਂ ਨੇ ਵੀ ਕੰਪਿਊਟਰ ਦਾ ਜੀ ਬਹੁਤ ਔਖਾ ਆ ਗਿਆ ਸੀਗਾ ਪਿਛਲੀ ਵਾਰੀ ਜਦੋਂ 2021 ਦੇ ਵਿੱਚ ਪੇਪਰ ਆਇਆ ਸੀ, ਹੈ ਨਾ। ਸੋ ਬੜਾ ਇਹ ਮਿੱਥ ਬਣਾਈ ਜਾਂਦੀ ਹੈ ਵੀ ਇਸ ਵਾਰੀ ਔਖਾ ਹੋਊਗਾ ਸੌਖਾ ਹੋਊਗਾ। ਸੋ ਮੈਨੂੰ ਇਹ ਲੱਗਦਾ ਵੀ ਆਪਾਂ ਲਾਸਟ ਟਾਈਮ ਜਿਵੇਂ ਤੁਸੀਂ ਦੇਖਿਆ ਹੀ ਆ, ਸਾਰੇ ਜਿਹੜੇ ਉਦੋਂ ਜੁੜੇ ਹੋਏ ਸੀ ਬੰਦੇ, ਉਦੋਂ ਆਪਣੇ ਕੋਲੇ 10 ਤੋਂ 15 ਦਿਨ ਸੀ। 10-15 ਦਿਨਾਂ ਦੇ ਵਿੱਚ ਵੀ ਆਪਾਂ ਗਰਦ ਠਾਤੀ ਸੀ, ਹੈ ਨਾ। ਸੋ ਤੁਹਾਡੇ ਬਹੁਤ ਸਾਰੇ ਮੈਸੇਜ ਵੀ ਆਏ ਸੀ, ਕਮੈਂਟ ਵੀ ਆਏ ਸੀ ਵੀ 28 ਤੋਂ 30 ਤੱਕ ਬੱਚਿਆਂ ਦੇ ਜਿਹੜੇ ਕੁਐਸਚਨ ਠੀਕ ਹੋਏ ਸੀ। ਸੋ ਉਹ ਹੁਣ ਤਾਂ ਆਪਣੇ ਕੋਲ ਸਮਾਂ ਹੀ ਬਹੁਤ ਜ਼ਿਆਦਾ, ਸੋ ਹੁਣ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਕੋਈ ਕੁਐਸਚਨ ਬਾਹਰ ਜਾਊਗਾ। ਠੀਕ ਹੈ, ਸੋ ਮੈਂ ਬੈਠਾ ਤੁਹਾਡੇ ਲਈ, ਤੁਹਾਡਾ ਭਰਾ ਬੈਠਾ, ਤਾਂ ਤੁਹਾਨੂੰ ਕੋਈ ਵੀ ਪਹਿਲੀ ਗੱਲ ਤਾਂ ਕੋਈ ਪੇਡ ਕੋਰਸ ਲੈਣ ਦੀ ਲੋੜ ਨਹੀਂ। ਮੈਂ ਤੁਹਾਨੂੰ ਫ੍ਰੀ ਕਰਾਊਂਗਾ, ਥਿਊਰੀ ਮੈਂ ਤੁਹਾਨੂੰ ਫ੍ਰੀ ਕਰਾਊਂਗਾ। ਪਲੇਟਫਾਰਮ ਅਸੀਂ ਬਣਾਇਆ, ਉਹਦੇ ਮੈਂ ਤੁਹਾਨੂੰ ਦੱਸੂਗਾ ਵੀ ਥੋੜ੍ਹੇ ਬਹੁਤ ਚਾਰਜਸ ਨੇ, ਕਿਉਂਕਿ ਉਹਦੇ ਲਈ ਅਸੀਂ ਹਰ ਸਬਜੈਕਟ ਦੀ ਟੀਮ ਹਾਇਰ ਕੀਤੀ ਹੈ ਅਤੇ ਉਹਨਾਂ ਨੂੰ ਫਿਰ ਪੇ ਤਾਂ ਕਰਨਾ ਹੀ ਪੈਂਦਾ, ਜਿਹਨੂੰ ਐਕਸਪਰਟ ਨੇ, ਹੈ ਨਾ। ਉਹ ਮੈਂ ਤੁਹਾਨੂੰ ਪੂਰਾ ਸਮਝਾਊਂਗਾ ਵੀ ਇਸ ਵੀਡੀਓ ਦੇ ਵਿੱਚ ਕੀ ਹੈ। ਚਾਹੇ ਤੁਸੀਂ ਕਿਤੋਂ ਵੀ ਤਿਆਰੀ ਕਰ ਰਹੇ ਹੋ, ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਡਾ ਪਲੇਟਫਾਰਮ ਹੀ ਸਾਡੇ ਨਾਲ ਹੀ ਕੰਮ ਕਰੋ। ਤੁਸੀਂ ਸੁਣੋ ਜ਼ਰੂਰ, ਵੀਡੀਓ ਨੂੰ ਪੂਰਾ ਦੇਖੋ, ਫਿਰ ਤੁਸੀਂ ਡਿਸਾਈਡ ਕਰੋ ਵੀ ਕੀ ਤੁਹਾਡੇ ਲਈ ਠੀਕ ਹੈਗਾ ਕੀ ਨਹੀਂ ਹੈਗਾ, ਹੈ ਨਾ। ਸੋ ਦੋ ਗੱਲਾਂ ਦੀ ਆਪਾਂ ਗੱਲ ਇਹਦੇ 'ਚ ਡਿਸਕਸ ਕਰਾਂਗੇ। ਇੱਕ ਤਾਂ ਵੀ ਤਿਆਰੀ ਕਿਵੇਂ ਕਰਨੀ ਹੈ, ਇੱਕ ਸਾਡਾ ਪਲੇਟਫਾਰਮ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹੈ, ਅਤੇ ਤੀਜੀ ਗੱਲ ਹੈ ਵੀ ਆਪਾਂ ਕੰਪਿਊਟਰ ਸਟਾਰਟ ਕਰਾਂਗੇ। ਉਹਦੇ ਵਿੱਚ ਮੈਂ ਦੱਸੂਗਾ ਵੀ ਆਪਾਂ ਕਿਵੇਂ ਦੀ ਪ੍ਰੈਪਰੇਸ਼ਨ ਕਰਾਂਗੇ। ਠੀਕ ਹੈ, ਥੋੜ੍ਹਾ ਬਹੁਤ ਉਹਦੇ 'ਤੇ ਆਵਾਂਗੇ, ਨਹੀਂ ਤਾਂ ਹੁਣ ਇਸ ਤੋਂ ਬਾਅਦ ਆਪਾਂ ਕੰਪਿਊਟਰ ਦੀਆਂ ਵੀਡੀਓ ਸਟਾਰਟ ਕਰਾਂਗੇ, ਰੈਗੂਲਰਲੀ ਆਪਾਂ ਵੀਡੀਓ ਅਪਡੇਟ ਕਰਿਆ ਕਰਾਂਗੇ। ਠੀਕ ਹੈ, ਸੋ ਹੁਣ ਆਪਾਂ ਸਭ ਤੋਂ ਪਹਿਲਾਂ ਪੁਰਾਣੇ ਕੁਐਸਚਨਾਂ ਦੀ ਹੀ ਗੱਲ ਕਰਾਂਗੇ, ਕਿਉਂਕਿ ਲਾਸਟ ਟਾਈਮ ਵੀ ਆਪਾਂ ਕੀ ਕੀਤਾ ਸੀਗਾ, 2021 ਵਾਲੇ 8 ਪੇਪਰ ਡਿਸਕਸ ਕੀਤੇ ਸੀ। ਮੈਨੂੰ 8 ਹੀ ਮਿਲੇ ਸੀ ਉਸ ਸਮੇਂ 'ਤੇ, ਸੋ 2 ਮੈਨੂੰ ਨਹੀਂ ਮਿਲੇ ਸੀ। ਹੁਣ ਆਪਣੇ ਕੋਲ ਸਾਰੇ ਪੇਪਰ ਹੈ। ਜਿਵੇਂ ਆਪਾਂ ਨੂੰ ਪਤਾ ਹੈ ਕਿ 2022 ਦੇ ਵਿੱਚ ਇੱਕ ਪੇਪਰ ਹੋਇਆ, ਇਹ ਕਹਿ ਲਓ ਵੀ ਪੇਪਰ 1 ਤੇ ਪੇਪਰ 2 ਦੋ ਪੇਪਰ ਹੋਏ ਨੇ, ਜਾਂ ਇਹ ਕਹਿ ਲਓ ਪੇਪਰ ਤਾਂ ਇੱਕੋ ਹੀ ਕਵਾਂਗੇ, ਹੈ ਨਾ, ਕਿਉਂਕਿ ਦੋਨਾਂ ਨੂੰ ਮਿਲਾ ਕੇ ਇੱਕ ਪੇਪਰ ਬਣਦਾ ਸਬ ਇੰਸਪੈਕਟਰ ਦਾ। ਤਾਂ 2 ਪੇਪਰ ਆਪਣੇ ਕੋਲੇ 2022 ਵਾਲੇ ਨੇ, ਤੇ ਟੋਟਲ 10 ਪੇਪਰ ਆਪਣੇ ਕੋਲੇ 2021 ਵਾਲੇ ਨੇ। ਤਾਂ 11 ਪੇਪਰ ਕਹਿ ਲਓ, ਚਾਹੇ ਤੁਸੀਂ 22 ਪੇਪਰ ਕਹਿ ਲਓ। ਜੇ ਆਪਾਂ 22 ਪੇਪਰ ਕਵਾਂਗੇ ਤਾਂ ਹਰੇਕ ਦੇ ਵਿੱਚ 100 ਕੁਐਸਚਨ ਆ, ਤਾਂ ਟੋਟਲ 2200 ਸਵਾਲ ਆਪਣੇ ਕੋਲੇ ਇਕੱਠਾ ਹੋ ਗਿਆ। ਸੋ ਇਹ ਸਵਾਲਾਂ ਦੇ ਬੇਸਿਸ 'ਤੇ ਹੀ ਅਗਲਾ ਪੇਪਰ ਆਊਗਾ। ਕਿਉਂਕਿ TCS ਨੇ ਪਾਉਣਾ ਜਾਂ ਕੋਈ ਹੋਰ ਏਜੰਸੀ ਕੋਈ ਵੀ ਕੰਡਕਟ ਕਰਾਉਂਦਾ, ਉਹ ਇੱਕ ਪੈਟਰਨ ਸੈੱਟ ਹੋ ਜਾਂਦਾ, ਉਸੇ ਪੈਟਰਨ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਂਦੇ ਨੇ। ਹੁਣ ਜਿਹੜਾ 2200 ਸਵਾਲ ਪਾਇਆ ਗਿਆ ਆਪਾਂ ਨੂੰ, ਇਹ 2200 ਸਵਾਲ ਦੇ ਵਿੱਚੋਂ ਬਾਹਰੋਂ ਤਾਂ ਕੁਛ ਨਹੀਂ ਆ ਜਾਊਗਾ ਨਾ, ਜਿੰਨੀ ਕਿ ਇਹ ਬਾਉਂਡਰੀ ਟੱਚ ਕਰਦਾ। ਜਿਵੇਂ ਕੰਪਿਊਟਰ ਮੈਮਰੀ ਆ, ਆਪਾਂ ਪੜ੍ਹਦੇ ਰਹੇ ਹਾਂ, ਇੱਕ ਆਪਣੇ ਚੈਪਟਰ ਹੈ ਕੰਪਿਊਟਰ ਦੇ ਵਿੱਚ ਕੰਪਿਊਟਰ ਮੈਮਰੀ। ਜਦੋਂ ਮੈਮਰੀ ਦੀ ਆਪਾਂ ਸਾਰੀ ਡਿਟੇਲ ਪੜ੍ਹ ਲਈ, ਤੇ 22 ਪੇਪਰਾਂ ਦੇ ਵਿੱਚ 22 ਤਾਂ ਨਹੀਂ, ਚਲੋ 11 'ਚ, ਕਿਉਂਕਿ ਪੇਪਰ 2 ਦੇ ਵਿੱਚ ਕੰਪਿਊਟਰ ਆਉਂਦਾ, ਹੈ ਨਾ। ਸੋ 11 ਪੇਪਰਾਂ ਦੇ ਵਿੱਚ ਮੈਮਰੀ ਦੇ ਜਿੰਨੇ ਵੀ ਸਵਾਲ ਆ ਗਏ, ਉੱਥੋਂ ਆਪਾਂ ਨੂੰ ਆਈਡੀਆ ਹੋ ਜਾਊਗਾ ਵੀ ਕਿਵੇਂ ਆਪਾਂ ਨੂੰ ਜਿਹੜਾ ਹੈ ਪੇਪਰ ਪੁੱਛਿਆ ਜਾ ਸਕਦਾ ਹੈ। ਸੋ ਪੁਰਾਣੇ ਕੁਐਸਚਨ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਲਾਸਟ ਟਾਈਮ ਵੀ ਐ ਸੱਚ ਮੈਂ ਤੁਹਾਨੂੰ ਕੋਈ ਵੀ ਥਿਊਰੀ ਨਹੀਂ ਕਰਾਈ ਸੀ, ਕੋਈ ਆਪਦੇ ਕੋਲੋਂ ਜ਼ਿਆਦਾ ਕੁਐਸਚਨ ਨਹੀਂ ਕਰਾਏ ਸੀ। 1-2 ਐਕਸਪੈਕਟਡ ਕੁਐਸਚਨ 'ਤੇ ਆਪਾਂ ਵੀਡੀਓ ਜ਼ਰੂਰ ਪਾਈਆਂ ਸੀ, ਹੈ ਨਾ, ਪਰ ਪੁਰਾਣੇ ਕੁਐਸਚਨਾਂ ਦੇ ਵਿੱਚੋਂ ਹੀ ਕੁਐਸਚਨ ਨਿਕਲ ਕੇ ਬਣਦੇ ਨੇ। ਸੋ ਉਹੀ ਕੰਮ ਆਪਾਂ ਇਸ ਵਾਰ ਕਰਾਂਗੇ। ਪਰ ਕੀ ਹੋਵੇ ਕਿ ਜੇ ਸਾਨੂੰ ਇਹ ਸਾਰੇ ਪੁਰਾਣੇ ਕੁਐਸਚਨ, ਇਕੱਲੇ ਕੰਪਿਊਟਰ ਦੀ ਗੱਲ ਨਹੀਂ ਕਰਦਾ ਮੈਂ, ਸਬ ਇੰਸਪੈਕਟਰ ਦੇ ਸਾਰੇ ਕੁਐਸਚਨਾਂ ਦੀ ਗੱਲ ਕਰਦਾ, ਚਾਹੇ ਉਹ ਰੀਜ਼ਨਿੰਗ ਦੇ ਨੇ 50 ਕੁਐਸਚਨ, ਚਾਹੇ ਉਹ ਸਾਡੇ ਕੋਲੇ ਜਨਰਲ ਸਟੱਡੀ ਦੇ ਨੇ 50 ਕੁਐਸਚਨ, ਚਾਹੇ ਮੈਥ ਦੇ ਆਪਣੇ ਕੋਲੇ ਕੁਐਸਚਨ ਨੇ, ਚਾਹੇ ਪੰਜਾਬੀ ਦੇ ਨੇ, ਚਾਹੇ ਇੰਗਲਿਸ਼ ਦੇ ਨੇ, ਹੈ ਨਾ। ਸੋ ਸਾਰੇ ਕੁਐਸਚਨਾਂ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ। ਜੇ ਉਹ ਕੁਐਸਚਨ ਸਾਨੂੰ ਮਿਲ ਜਾਣ ਕਿਤੋਂ, PDF ਦੀ ਗੱਲ ਨਹੀਂ ਕਰਦਾ, PDF ਤਾਂ ਹਰ ਜਗ੍ਹਾ 'ਤੇ ਅਵੇਲੇਬਲ ਨੇ। ਹੁਣ PDF ਦੇ ਵਿੱਚੋਂ ਆਪਾਂ ਨੂੰ ਕੀ ਪਤਾ ਲੱਗੂਗਾ ਵੀ ਕਿਵੇਂ ਲੱਭਣਾ। ਸਪੋਜ਼ ਕਰੋ ਤੁਸੀਂ ਸਟਾਰਟ ਕੀਤਾ, ਕੰਪਿਊਟਰ ਹੀ ਸਟਾਰਟ ਕਰਤਾ ਤੁਸੀਂ ਪੜ੍ਹਨਾ, ਹੈ ਨਾ। ਕੰਪਿਊਟਰ ਦੇ ਵਿੱਚ ਆਪਾਂ ਪੜ੍ਹਿਆ ਹਿਸਟਰੀ ਐਂਡ ਜਨਰੇਸ਼ਨ। ਹਿਸਟਰੀ ਐਂਡ ਜਨਰੇਸ਼ਨ ਆਪਣਾ ਪਹਿਲਾ ਚੈਪਟਰ ਹੈ ਕੰਪਿਊਟਰ ਦਾ। ਹਿਸਟਰੀ ਐਂਡ ਜਨਰੇਸ਼ਨ ਦੇ ਵਿੱਚੋਂ ਪੜ੍ਹ ਕੇ ਜੇਕਰ ਸਾਨੂੰ ਕੋਈ ਕਵੇ ਵੀ ਆਹ ਚੱਕੋ ਜੀ ਹਿਸਟਰੀ ਐਂਡ ਜਨਰੇਸ਼ਨ ਦਾ ਕੁਇਜ਼ ਪਿਆ ਤੁਹਾਡੇ ਕੋਲੇ, ਆਪਦੇ ਕੋਲੋਂ ਬਣਾਏ ਹੋਏ ਕੁਐਸਚਨ ਨਹੀਂ ਬਣਾਉਣ ਨੂੰ ਤਾਂ ਇੰਟਰਨੈਟ 'ਤੇ ਬਹੁਤ ਸਾਰੇ ਕੁਐਸਚਨ ਪਏ ਨੇ, 2000 3000 5000, ਮੈਂ ਕਹਾਂ 11000 ਕੁਐਸਚਨ ਦੇ ਰਿਹਾ, 25000 ਦੇ ਰਿਹਾ। ਸੋ ਐਵੇਂ ਮੱਥਾ ਮਾਰਨ ਦਾ ਕੀ ਫਾਇਦਾ। ਜਿਵੇਂ ਆਪਾਂ ਫੋਰਸ ਨਹੀਂ ਪੜ੍ਹਦੇ, ਫਿਜ਼ਿਕਸ ਦਾ ਲਾਅ ਹੈ ਕਿ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਹੈ ਨਾ। ਜੇ ਆਪਾਂ ਕੰਧ ਨਾਲ
ਕੰਧ ਨਾਲ ਧੱਕਾ ਲਾਈ ਜਾਈਏ, ਇੱਥੇ ਕੰਧ ਦੇ ਨਾਲ ਆਪਣੀ ਐਕਸਲਰੇਸ਼ਨ 0 ਹੋ ਜਾਂਦੀ ਹੈ ਤਾਂ ਫੋਰਸ ਆਪਣੀ 0 ਹੋ ਗਈ। ਕੰਧ ਦੇ ਨਾਲ ਤੁਸੀਂ ਜ਼ੋਰ ਲਾਈ ਜਾਓ, ਤੁਸੀਂ ਹੱਥ ਨੇ ਕਹੋ ਜੀ ਮੈਂ ਤਾਂ ਬਹੁਤ ਜ਼ੋਰ ਲਾਇਆ, ਵੀ ਫੋਰਸ ਮੇਰੀ ਕਿੰਨੀ ਹੈ, ਫੋਰਸ 0 ਆ ਉੱਥੇ। ਕਿਉਂ? ਕਿਉਂਕਿ ਕੋਈ ਡਿਸਪਲੇਸਮੈਂਟ ਐਕਸਲਰੇਸ਼ਨ ਹੋ ਹੀ ਨਹੀਂ ਰਹੀ। ਸੋ ਉਵੇਂ ਹੀ ਇੱਥੇ ਆ। ਐਵੇਂ ਫਾਲਤੂ ਕੁਐਸਚਨ ਕਰਨ ਦਾ ਕੋਈ ਫਾਇਦਾ ਨਹੀਂ। ਮੈਂ ਵੀ ਦੇ ਸਕਦਾ ਤੁਹਾਨੂੰ ਬੜੇ ਕੁਐਸਚਨ ਨੇ, ਮੈਂ ਕ੍ਰੀਏਟ ਵੀ ਕਰ ਸਕਦਾ, ਵੀ ਦੇ ਵੀ ਸਕਦੇ। ਸੋ ਇਹ ਚੱਕਰਾਂ 'ਚ ਆਪਾਂ ਨਹੀਂ ਪੈਣਾ, ਸਮਾਂ ਵੇਸਟ ਕਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ ਕਰ ਰਹੇ ਹੋ, ਮੈਂ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿ ਰਹੇ, ਪਰ ਆਪਾਂ ਇਹ ਸਾਡਾ ਸੋਚਣਾ ਹੈ। ਸਾਨੂੰ ਇਹ ਲੱਗਦਾ ਹੈ ਕਿਉਂਕਿ ਮੇਰਾ ਗੇਟ ਕਲੀਅਰ ਕੀਤਾ ਮੈਂ 4 ਵਾਰੀ, ਤੇ ਨੈਟ ਕਲੀਅਰ ਕੀਤਾ। ਨੈਟ ਮੇਰਾ 7ਵੀਂ ਵਾਰੀ ਕਲੀਅਰ ਹੋਇਆ। ਪਹਿਲੀ 3-4 ਵਾਰੀ ਤਾਂ, ਪਹਿਲੀ 2 ਵਾਰੀ ਤਾਂ ਮੈਨੂੰ ਇਹ ਪਤਾ ਲੱਗਿਆ ਵੀ ਨੈਟ 'ਚ ਆਉਂਦਾ ਕੀ ਹੈ। ਫਿਰ ਅਗਲੀਆਂ 3-4 ਵਾਰੀ ਦੇ ਵਿੱਚ ਕੀ ਹੁੰਦਾ ਸੀ, ਪੜ੍ਹ ਕੇ ਕੁਛ ਹੋਰ ਜਾਂਦੇ ਸੀ, ਉੱਥੇ ਕੁਛ ਹੋਰ ਪੁੱਛ ਲੈਂਦਾ ਸੀ। ਬੜਾ ਦੁੱਖ ਜਿਹਾ ਲੱਗਦਾ ਵੀ ਯਾਰ ਇੰਨਾ ਜ਼ੋਰ ਲਾ ਕੇ ਜਾਂਦੇ ਆ, ਜਿਹੜੀਆਂ ਚੀਜ਼ਾਂ ਪੜ੍ਹਦੇ ਆ ਉਹ ਕਿਉਂ ਨਹੀਂ ਪੁੱਛਦਾ, ਜਾਂ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ ਉਹ ਅਸੀਂ ਕਿਉਂ ਨਹੀਂ ਪੜ੍ਹਦੇ। ਸੋ ਚੀਜ਼ਾਂ ਜਾ ਕੇ ਹੀ ਪਤਾ ਲੱਗੀਆਂ। 4-5 ਵਾਰੀ ਪੇਪਰ ਦੇ ਕੇ ਸਾਨੂੰ ਇਹ ਅਹਿਸਾਸ ਹੋ ਗਿਆ ਵੀ ਅਸੀਂ ਪੜ੍ਹ ਕੇ ਕੁਛ ਹੋਰ ਜਾ ਰਹੇ ਹਾਂ ਤੇ ਉੱਥੇ ਕੁਛ ਹੋਰ ਪੁੱਛ ਰਹੇ ਹਾਂ। ਤਾਂ ਫਿਰ ਅਸੀਂ ਪੂਰੀ ਸਟ੍ਰੈਟਜੀ ਬਦਲੀ। ਅਸੀਂ ਕੀ ਕੀਤਾ, ਪੁਰਾਣੇ ਕੁਐਸਚਨ ਆਪਾਂ ਕੱਢ ਲਏ। ਉਸਦੇ ਪੁਰਾਣੇ ਕੁਐਸਚਨ ਆਪਾਂ 2004 ਤੋਂ ਲੈ ਕੇ 2016 ਤੱਕ ਦੇ, 2017 'ਚ ਮੇਰਾ ਕਲੀਅਰ ਹੋਇਆ, 2016 ਤੱਕ ਦੇ ਸਾਰੇ ਕੁਐਸਚਨ ਚੱਕ ਲਏ ਨੈਟ ਦੇ, ਪੇਪਰ 1 ਦੇ ਵੀ ਤੇ ਪੇਪਰ 2 ਦੇ ਵੀ। ਉਦੋਂ ਪੇਪਰ ਜਿਹੜਾ ਪੇਪਰ ਮੇਨ ਸਬਜੈਕਟ ਦਾ ਸੀ ਉਹਦੇ 2 ਪੇਪਰ ਹੁੰਦੇ ਸੀ, ਪੇਪਰ 2 ਤੇ ਪੇਪਰ 3। ਨੈਟ ਦੇ ਟੋਟਲ 3 ਪੇਪਰ ਹੁੰਦੇ ਸੀ। ਤਾਂ ਅਸੀਂ ਪੇਪਰ 2 ਤੇ ਪੇਪਰ 3 ਅਸੀਂ 3 ਸਟੂਡੈਂਟ ਸੀਗੇ, ਤੁਸੀਂ ਕਹਿ ਲਓ 3 ਫਰੈਂਡ ਸੀ। ਤਾਂ ਇਹਦੇ ਸਾਰੇ ਪੇਪਰ ਚੱਕ ਕੇ ਅਸੀਂ ਇਹਨਾਂ ਨੂੰ ਸਬਜੈਕਟਾਂ ਦੇ ਵਿੱਚ ਡਿਵਾਈਡ ਕਰ ਲਿਆ, ਇਕੱਠੇ ਕਰ ਲਏ, ਵਰਡ ਫਾਈਲਾਂ ਬਣਾ ਲਈਆਂ। ਸਬਜੈਕਟਾਂ ਨੂੰ ਅੱਗੇ ਚੈਪਟਰਸ ਦੇ ਵਿੱਚ ਵੰਡ ਲਿਆ। ਤਾਂ ਅਸੀਂ ਕੀ ਕਰਦੇ ਸੀ, ਇੱਕ ਚੈਪਟਰ ਦੀ ਥਿਊਰੀ ਪੜ੍ਹਦੇ ਸੀ, ਨਾਲ ਸਾਰੇ ਇਕੱਠੇ ਕੁਐਸਚਨ ਪਏ ਹੁੰਦੇ ਸੀ ਜਿਹੜੇ 2004 ਤੋਂ ਲੈ ਕੇ 16 ਤੱਕ ਦੇ ਸਵਾਲ ਪਏ ਹੁੰਦੇ ਸੀਗੇ ਉਸੇ ਚੈਪਟਰ ਦੇ। ਉਹਨਾਂ ਨੂੰ ਹੱਲ ਕਰਕੇ ਦੇਖਦੇ ਸੀ। ਫਿਰ ਸਾਨੂੰ ਪਤਾ ਲੱਗਦਾ ਸੀਗਾ ਵੀ ਯਾਰ ਸਵਾਲ ਤਾਂ ਕਿਤੋਂ ਹੋਰ ਪੁੱਛ ਰਿਹਾ ਤੇ ਅਸੀਂ ਤਾਂ ਪੋਲਾ ਜਿਹਾ ਪੜ੍ਹ ਕੇ ਹਟ ਜਾਂਦੇ ਸੀ, ਹੈ ਨਾ। ਸੋ ਇੱਥੋਂ ਇਸ ਚੀਜ਼ ਕਰਨ ਦੇ ਨਾਲ ਪਹਿਲੇ 6 ਮਹੀਨਿਆਂ ਦੇ ਵਿੱਚ ਤਾਂ ਸਾਡੇ ਤੋਂ ਮਾੜਾ ਮੋਟਾ, ਕਿਉਂਕਿ ਕੱਢਣੇ ਕੁਐਸਚਨ ਬਹੁਤ ਭਕਾਈ ਵਾਲਾ ਕੰਮ ਆ, ਬਹੁਤ ਮਿਹਨਤ ਵਾਲਾ ਕੰਮ ਹੈ, ਪੇਪਰ ਕਿਤੋਂ ਇਕੱਠੇ ਕਰਨੇ, ਫਿਰ ਉਹਨਾਂ ਦੀ ਆਨਸਰ ਕੀ ਸਹੀ ਹੈ ਕਿ ਨਹੀਂ, ਕਿਉਂਕਿ ਇਹ ਵੀ ਬੜਾ ਵੱਡਾ ਆਪਾਂ ਨੂੰ ਸਟੂਡੈਂਟ ਨੂੰ ਹਾਰਡ ਵਰਕ ਕਰਨਾ ਪੈਂਦਾ ਵੀ ਕਿਹੜਾ ਸੋਰਸ ਅਥੈਂਟਿਕ ਹੈਗਾ ਕਿ ਨਹੀਂ ਹੈਗਾ, ਹੈ ਨਾ। ਸੋ ਇਹ ਤੁਹਾਨੂੰ ਪਤਾ, ਤੁਸੀਂ ਤਿਆਰੀ ਕਰਦੇ ਹੋ ਵੀ ਕਿਸੇ ਸੋਰਸ 'ਤੇ ਰਿਲਾਈ ਕਰਨਾ ਕੋਈ ਸੌਖਾ ਕੰਮ ਨਹੀਂ। ਜੇ ਅਸੀਂ ਸੋਰਸ 'ਤੇ ਰਿਲਾਈ ਕਰ ਜਾਂਦੇ ਹਾਂ, ਚਲੋ ਇੱਕ ਅੱਧੀ ਮਾੜੀ ਮੋਟੀ ਗਲਤੀ ਮੈਥੋਂ ਵੀ ਹੋ ਜਾਂਦੀਆਂ ਨੇ, ਇਹ ਆਪਾਂ ਇਹ ਨਹੀਂ ਕਹਿੰਦੇ ਵੀ ਇੱਕ ਵੀ ਗਲਤੀ ਨਹੀਂ ਹੋਣੀ ਚਾਹੀਦੀ, ਪਰ 95% ਤੋਂ ਗ੍ਰੇਟਰ ਜੇਕਰ ਐਕੂਰੇਸੀ ਹੈ, ਆ ਕੋਸ਼ਿਸ਼ ਤਾਂ ਆਪਣੀ ਹੈ ਵੀ 99, ਜੇ 95 ਤੋਂ ਅਬਵ ਐਕੂਰੇਸੀ ਹੈ ਫਿਰ ਆਪਾਂ ਰਿਲਾਈ ਕਰ ਸਕਦੇ ਹਾਂ। ਤਾਂ ਬਹੁਤ ਸਾਰੇ ਪਬਲਿਸ਼ਰ ਕਿਤਾਬਾਂ ਛਾਪਦੇ ਨੇ, ਤਾਂ ਉਹ ਕਿਤਾਬਾਂ 'ਚ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀ ਇੱਕ ਵਾਰੀ ਗਲਤੀ ਪੈ ਗਈ ਉਹ ਪਰਸਿਸਟ ਕਰਦੀਆਂ ਰਹਿੰਦੀਆਂ ਨੇ। ਤਾਂ ਅਸੀਂ ਇਹ ਕੁਐਸਚਨ ਇਕੱਠੇ ਕੀਤੇ, ਫਿਰ ਅਸੀਂ ਇਹਨਾਂ ਨੂੰ ਚੈਪਟਰਾਂ ਦੇ ਵਿੱਚ ਵੰਡਿਆ, ਤੇ ਫਿਰ ਜਾ ਕੇ ਸਾਨੂੰ ਪਤਾ ਲੱਗਿਆ ਪਹਿਲੀ ਵਾਰੀ ਜਦੋਂ ਕੁਐਸਚਨ ਇਕੱਠੇ ਕੀਤੇ, ਪਹਿਲੀ ਵਾਰੀ ਦੇ ਵਿੱਚ ਤਾਂ ਅਸੀਂ ਇਕੱਠੇ ਹੀ ਕੀਤੇ, ਦੂਜੀ ਵਾਰੀ ਦੇ ਫਿਰ ਵਿੱਚ ਅਸੀਂ ਜ਼ੋਰ ਲਾਇਆ ਤੇ ਦੂਜੀ ਵਾਰੀ ਫਿਰ ਅਸੀਂ ਪੱਟ ਕੇ ਮਰਿਆ। ਕਿਉਂ? ਉਹਦਾ ਕਾਰਨ ਕੀ ਸੀ ਕਿ ਅਸੀਂ ਉਵੇਂ ਪੜ੍ਹੇ ਜਿਵੇਂ ਸਵਾਲ ਪੁੱਛੇ ਜਾਂਦੇ ਸੀ। ਠੀਕ ਹੈ। ਸੋ ਇਹੀ ਆਈਡੀਆ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਕਿ ਜੇ ਆਪਾਂ ਨੂੰ ਇਹ ਸਵਾਲ 2200 ਦਾ 2200 ਸਵਾਲ ਇਹਨਾਂ ਨੂੰ ਚੈਪਟਰਸ ਦੇ ਵਿੱਚ ਵੰਡ ਦਿੱਤਾ ਜਾਵੇ, ਜਿਵੇਂ ਆਪਾਂ ਕੰਪਿਊਟਰ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਆਲਰੇਡੀ ਆਪਾਂ YouTube ਤੇ ਵੀ ਐਵੇਂ ਹੀ ਕਰਦੇ ਹਾਂ ਕਿ ਚੈਪਟਰ ਵਾਈਜ਼ ਕਰ ਰਹੇ ਹਾਂ, ਹੈ ਨਾ। ਹਿਸਟਰੀ ਦੇ ਕੁਐਸਚਨ ਅਲੱਗ ਹੋ ਗਏ, ਪਹਿਲਾ ਚੈਪਟਰ ਆਪਣਾ, ਦੂਸਰਾ ਚੈਪਟਰ ਆਪਣਾ ਹੈਗਾ ਕੰਪਿਊਟਰ ਬੇਸਿਕ ਦਾ, ਤੀਸਰਾ ਆਪਣਾ CPU ਦਾ, ਚੌਥਾ ਆਪਣਾ ਆਪਰੇਟਿੰਗ ਸਿਸਟਮ ਦਾ, ਪੰਜਵਾਂ ਮੈਮਰੀ ਦਾ, ਛੇਵਾਂ ਨੈਟਵਰਕਸ ਦਾ, ਐਵੇਂ ਸੋ ਆਨ। ਟੋਟਲ 15 ਤੋਂ 16 ਚੈਪਟਰ ਆਪਾਂ ਬਣਾਏ ਨੇ। ਤਾਂ ਜੇ ਤੁਸੀਂ ਹਿਸਟਰੀ ਤੇ ਜਨਰੇਸ਼ਨ ਦੀ ਥਿਊਰੀ ਪੜ੍ਹੋ, ਮੈਂ ਨਹੀਂ ਕਹਿੰਦਾ ਮੈਥੋਂ ਪੜ੍ਹੋ, ਜਿੱਥੋਂ ਮਰਜ਼ੀ ਪੜ੍ਹੋ, ਕਿਸੇ ਕਿਤਾਬ 'ਚੋਂ ਪੜ੍ਹੋ, ਪਰ ਤੁਸੀਂ ਆਪਦੀਆਂ ਕੈਪੇਬਿਲਿਟੀ ਟੈਸਟ ਕਰਨ ਦੇ ਲਈ ਸਾਡੇ ਕੋਲ ਕੋਈ ਨਾ ਕੋਈ ਐਵੇਂ ਦਾ ਸੋਰਸ ਹੋਵੇ ਕਿ ਸਾਨੂੰ ਕੁਇਜ਼ ਮਿਲੇ। ਯਾਰ ਕੱਲੀ ਤੁਹਾਨੂੰ ਮੈਂ PDF ਪ੍ਰਿੰਟ ਕਰਕੇ ਦੇ ਦਿਆਂ, ਉਹਦੇ ਵਿੱਚ ਵੀ ਸਵਾਦ ਨਹੀਂ ਆਉਂਦਾ। ਤੇ ਉਹਦੇ ਵਿੱਚ ਸ਼ਰਤ ਇਹ ਹੋਣੀ ਚਾਹੀਦੀ ਹੈ ਵੀ ਇਨਵਾਇਰਨਮੈਂਟ ਉਵੇਂ ਦਾ ਹੀ ਹੋਣਾ ਚਾਹੀਦਾ, ਜਿਵੇਂ ਦਾ ਆਪਾਂ ਆਨਲਾਈਨ ਪੇਪਰ, ਆਨਲਾਈਨ ਚਲੋ ਹੁਣ ਆਫਲਾਈਨ ਹੁੰਦਾ, ਜਿਵੇਂ ਦਾ ਆਪਾਂ ਸੈਂਟਰ ਦੇ ਵਿੱਚ ਜਾ ਕੇ ਪੇਪਰ ਦਿੰਦੇ ਆ, ਉੱਥੇ ਵੀ ਸਾਡੇ ਕੋਲ ਚੋਇਸ ਥੋੜੀ ਹੁੰਦੀ ਹੈ ਵੀ ਅਸੀਂ ਆਨਸਰ ਦੇਖ ਲਈਏ। ਜੇ ਅਸੀਂ ਕਿਸੇ ਬੁੱਕ ਦੇ ਵਿੱਚੋਂ, ਹਾਰਡ ਕਾਪੀ ਮਟੀਰੀਅਲ ਦੇ ਵਿੱਚੋਂ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਸਾਡਾ ਮਨ ਇੰਨਾ ਕੁ ਜ਼ਿਆਦਾ ਕਾਹਲਾ ਪੈ ਜਾਂਦਾ ਵੀ ਜਲਦੀ ਆਨਸਰ ਦੇਖ ਲਓ, ਜਾਂ ਬਿਜਲੀ ਛੱਡ ਕੇ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਵੀ ਬਾਅਦ 'ਚ ਦੇਖਾਂਗੇ। ਯਾਰ ਇਹ ਚੀਜ਼ਾਂ ਹੁੰਦੀਆਂ ਨੇ। ਆਈ ਹੋਪ ਕਿ ਤੁਹਾਡੇ ਨਾਲ ਵੀ ਹੁੰਦੀਆਂ ਹੋਣਗੀਆਂ, ਮੇਰੇ ਨਾਲ ਵੀ ਬਹੁਤ ਹੋਈਆਂ ਨੇ, ਕਿਉਂਕਿ ਮੈਂ 7ਵੀਂ ਵਾਰ ਦੇ ਵਿੱਚ ਮੇਰਾ ਜਦੋਂ ਨੈਟ ਕਲੀਅਰ ਹੋਇਆ, ਮੈਨੂੰ ਪਤਾ ਲਖੀਰਾਂ ਨਿਕਲੀਆਂ ਸੀ ਨੱਕ ਨਾਲ, ਤੇ ਹਰ ਵਾਰੀ ਹੌਸਲਾ ਟੁੱਟਦਾ ਸੀਗਾ ਵੀ ਯਾਰ ਹੁਣ ਨਹੀਂ ਹੁੰਦਾ। ਪਰ ਜਿੱਦਣ ਹੀ ਪੇਪਰ ਦੇ ਕੇ ਆਉਂਦੇ ਸੀ ਉਦਣ ਯੂਨੀਵਰਸਿਟੀ ਦੇ, ਮੈਨੂੰ ਯਾਦ ਹੈ ਮੇਰੇ ਦੋਸਤ ਸੁਣਦੇ ਹੋਣਗੇ ਤਾਂ ਉਹ ਜ਼ਰੂਰ ਕਮੈਂਟ ਕਰਨਗੇ ਇਸ ਚੀਜ਼ 'ਤੇ। ਤੇ ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੇਪਰ ਦੇ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਵੀ ਸਾਡਾ ਕਲੀਅਰ ਨਹੀਂ ਹੁੰਦਾ, ਤਾਂ ਅਸੀਂ ਉੱਥੇ ਬੈਠ ਕੇ ਸਟ੍ਰੈਟਜੀ ਬਣਾਉਂਦੇ ਸੀ ਵੀ ਅਗਲੀ ਵਾਰੀ ਕੀ ਕਰਾਂਗੇ, ਦਿਮਾਗ ਲਾਉਂਦੇ ਸੀ ਵੀ ਸਾਡੀਆਂ ਗਲਤੀਆਂ ਕੀ ਰਹਿ ਗਈਆਂ।
ਸੋ ਉਹੀ ਤੁਹਾਡੀਆਂ ਗਲਤੀਆਂ ਕੀ ਨੇ ਉਹਨਾਂ ਨੂੰ ਅਸੀਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਤੁਹਾਨੂੰ ਜੇਕਰ ਹਿਸਟਰੀ ਐਂਡ ਜਨਰੇਸ਼ਨ ਦੇ ਕੁਐਸਚਨ ਇਕੱਠੇ ਮਿਲ ਜਾਣ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਹਿਸਟਰੀ ਐਂਡ ਜਨਰੇਸ਼ਨ ਵਾਲਾ ਟੌਪਿਕ ਹੈ ਜਿਹੜਾ ਮੈਨੂੰ ਹੋਰ ਪੜ੍ਹਨ ਦੀ ਲੋੜ ਹੈ, ਜਾਂ ਮੈਂ ਉਵੇਂ ਪੜ੍ਹਦਿਆਂ ਜਿਵੇਂ ਪੁੱਛਿਆ ਜਾ ਰਿਹਾ, ਤਾਂ ਇਹਦੇ ਨਾਲ ਤੁਹਾਡਾ ਤਿਆਰੀ ਪੱਕੀ ਹੋ ਜਾਊਗੀ। ਠੀਕ ਹੈ, ਉਵੇਂ ਹੀ ਪੋਲਿਟੀ ਦਾ ਕੋਈ ਵੀ ਚੈਪਟਰ ਲੈ ਲਓ, ਫੰਡਾਮੈਂਟਲ ਰਾਈਟਸ ਦੇ ਕੁਐਸਚਨ ਆਉਂਦੇ ਨੇ ਜ਼ਿਆਦਾ, ਹੈ ਨਾ, ਹਿਸਟਰੀ ਦੇ ਆਉਂਦੇ ਨੇ, ਹਿਸਟਰੀ ਦੇ ਮਾਡਰਨ ਦੇ ਵਿੱਚੋਂ ਕਿੰਨੇ ਆਏ ਨੇ, ਐਂਸ਼ੀਅੰਟ ਚੋਂ ਕਿੰਨੇ ਆਏ ਨੇ, ਮੈਡੀਵਲ ਚੋਂ ਕਿੰਨੇ ਆਏ ਨੇ, ਹੈ ਨਾ। ਉਵੇਂ ਜੋਗਰਾਫੀ, ਕੀ ਪੰਜਾਬ ਜੋਗਰਾਫੀ ਪੁੱਛਦਾ ਤਾਂ ਕਿੰਨੀ ਪੁੱਛਦਾ, ਲਿਟਰੇਚਰ ਪੰਜਾਬ ਦਾ ਕਿੰਨਾ ਪੁੱਛਦਾ ਹੈ ਨਾ, ਪੰਜਾਬ ਦਾ ਕਲਚਰ ਕਿੰਨਾ ਪੁੱਛਦਾ, ਪੰਜਾਬ ਹਿਸਟਰੀ ਪੁੱਛਦਾ ਵੀ ਹੈ ਕਿ ਨਹੀਂ ਪੁੱਛਦਾ। ਠੀਕ ਹੈ, ਉਵੇਂ ਜੋਗਰਾਫੀ 'ਤੇ ਲੈ ਜਾਓ ਤੁਸੀਂ। ਉਹ ਸਾਰੀਆਂ ਚੀਜ਼ਾਂ ਸਟੈਟਿਸਟਿਕਸ ਜੇਕਰ ਸਾਨੂੰ ਮਿਲਦੇ ਨੇ ਤਾਂ ਸਾਡਾ ਇੱਕ ਸਮਾਰਟ ਤਰੀਕਾ ਹੋ ਜਾਊਗਾ। ਤਾਂ ਫਿਰ ਜਿਹੜੀ ਸੀ ਫੋਰਸ ਦੀ ਗੱਲ ਕੀਤੀ ਸੀ, ਮਾਸ ਇਨਟੂ ਐਕਸਲਰੇਸ਼ਨ, ਫਿਰ ਐਕਸਲਰੇਸ਼ਨ ਜ਼ੀਰੋ ਨਹੀਂ ਹੋਊਗਾ ਉੱਥੇ ਸਾਡਾ। ਕਿਉਂ ਨਹੀਂ ਹੋਊਗਾ? ਕਿਉਂਕਿ ਅਸੀਂ ਕੰਧ ਨਾਲ ਖੜ ਕੇ ਜ਼ੋਰ ਨਹੀਂ ਲਾਵਾਂਗੇ। ਫਿਰ ਅਸੀਂ ਦੇਖਾਂਗੇ ਸਟੈਟਿਸਟਿਕਸ ਦੇ ਵਿੱਚੋਂ ਵੀ ਕਿੰਨੇ ਕੁਐਸਚਨ ਇਹ ਚੈਪਟਰ ਦੇ ਵਿੱਚੋਂ ਹੁਣ ਤੱਕ ਪੁੱਛੇ ਗਏ ਨੇ, ਤੇ ਉਸ ਹਿਸਾਬ ਨਾਲ ਅਸੀਂ ਤਿਆਰੀ ਕਰਾਂਗੇ। ਜਿਹੜੀ ਦੀ ਵੇਟੇਜ ਘੱਟ ਹੋਊਗੀ, ਸਪੋਜ਼ ਕਰੋ ਸਾਡੇ ਕੋਲੇ ਸਮਾਂ ਹੀ ਥੋੜਾ ਹੈ, ਜਿਵੇਂ ਪਿਛਲੀ ਵਾਰੀ ਆਪਣੇ ਕੋਲੇ 15 ਦਿਨ ਸੀ, ਤਾਂ ਆਪਾਂ ਉਹਨਾਂ ਟੌਪਿਕਸ ਤੇ ਜ਼ੋਰ ਲਾਇਆ ਨਾ ਜਿਹੜੇ ਜ਼ਿਆਦਾ ਪੁੱਛੇ ਜਾਂਦੇ ਸੀ, ਉਹਨਾਂ ਦੀ ਤਿਆਰੀ ਆਪਾਂ ਕੱਢ ਕੇ ਕੀਤੀ, ਤਾਂ ਹੀ ਆਪਣੇ ਠੀਕ ਹੋ ਗਏ। ਬਹੁਤ ਸਾਰੇ ਬੱਚਿਆਂ ਨੂੰ ਲੇਟ ਮਿਲਿਆ ਸੀਗਾ, ਸੋ ਉਹਦੇ ਵਿੱਚ ਮੈਂ ਨਵਾਂ ਹੀ ਸਟਾਰਟ ਕੀਤਾ ਸੀ, ਸੋ ਮੈਨੂੰ ਵੀ ਐਂ ਲੱਗਿਆ ਕਿ ਬਹੁਤ ਸਾਰੇ ਬੱਚਿਆਂ ਨਾਲ ਮੇਰੀ ਗੱਲ ਵੀ ਹੋਈ, ਤੇ ਇਸ ਵਾਰੀ ਆਪਣੇ ਕੋਲੇ ਸਮਾਂ ਹੈ ਤਾਂ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ। ਹੁਣ ਵੈਸੇ ਮੈਂ ਬਾਹਲਾ ਬੋਲਦਾ ਨਹੀਂ ਹੁੰਦਾ ਵੀ ਸ਼ੇਅਰ ਕਰੋ ਜੀ, ਲਾਈਕ ਕਰੋ, ਕਮੈਂਟ ਕਰੋ, ਪਰ ਇਸ ਵਾਰੀ ਮੈਂ ਕਹੂੰਗਾ ਵੀ ਹਰ ਬੱਚੇ ਤੱਕ ਪਹੁੰਚਣੀ ਚਾਹੀਦੀ ਹੈ ਚੀਜ਼ ਇਹ, ਵੀ ਹਰ ਬੰਦੇ ਨੂੰ ਇਸ ਚੀਜ਼ ਦਾ ਫਾਇਦਾ ਹੋਣਾ ਚਾਹੀਦਾ। ਤਾਂ ਅਸੀਂ ਤੁਹਾਡੇ ਲਈ ਮਿਹਨਤ ਕਰਕੇ ਲੈ ਕੇ ਆਏ ਹਾਂ, ਤਾਂ ਤੁਹਾਡਾ ਵੀ ਹੱਕ ਬਣਦਾ। ਮੈਂ ਥੋੜੀ ਜਿਹੀ ਰਿਕੁਐਸਟ ਹੈ ਕਿ ਤੁਹਾਡੀ ਸਪੋਰਟ ਦੀ ਲੋੜ ਹੈ। ਠੀਕ ਹੈ, ਵੱਡੇ ਬਿਜ਼ਨਸਮੈਨ ਨੇ ਜਿਹੜੇ ਇਸ ਐਜੂਕੇਸ਼ਨ ਨੂੰ ਜਿਨ੍ਹਾਂ ਨੇ ਬਿਜ਼ਨਸ ਬਣਾਇਆ ਹੋਇਆ, ਸੋ ਆਪਾਂ ਕੋਈ ਵੱਡੇ ਬਿਜ਼ਨਸਮੈਨ ਤਾਂ ਹੈ ਨਹੀਂ, ਆਪਾਂ ਤਾਂ ਤੁਹਾਡੇ ਵਾਂਗੂ ਆਮ ਘਰਾਂ ਦੇ ਹੀ ਧੀਆਂ ਪੁੱਤਾਂ ਹੈ ਨਾ। ਸੋ ਆਪਾਂ ਚਾਹੁੰਦੇ ਹਾਂ ਵੀ ਅਸੀਂ ਵੀ ਵਧੀਆ ਕਰ ਸਕਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਤੋਂ ਵਧੀਆ ਕਰ ਸਕਦੇ ਹਾਂ ਜਾਂ ਅਸੀਂ ਉਹਨਾਂ ਨੂੰ ਕੱਟਣਾ ਹੈ, ਪਰ ਅਸੀਂ ਇਹ ਕਹਿੰਦੇ ਹਾਂ ਯਾਰ ਅਸੀਂ ਵੀ ਵਧੀਆ ਕਰ ਸਕਦੇ ਹਾਂ। ਉਹਦੇ ਵਿੱਚ ਤੁਸੀਂ ਨਾਲ ਹੋ ਮੇਰੇ ਸਾਰੇ, ਤੁਸੀਂ ਵੀ ਵਧੀਆ ਕਰ ਸਕਦੇ ਹੋ, ਆਪਾਂ ਵੀ ਕਰ ਸਕਦੇ ਹਾਂ, ਕਿਉਂ ਨਹੀਂ ਕਰ ਸਕਦੇ ਯਾਰ। ਸਾਡੇ ਕੋਲ ਵੀ ਕੈਪੇਬਿਲਿਟੀਜ਼ ਹੈਗੀਆਂ ਨੇ, ਅਸੀਂ ਵੀ ਵੱਖਰਾ ਸੋਚ ਸਕਦੇ ਹਾਂ। ਠੀਕ ਹੈ, ਤਾਂ ਕਰਕੇ ਇੱਥੇ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਜੇਕਰ ਤੁਸੀਂ ਇੱਥੇ ਮੇਰੀ ਸਪੋਰਟ ਕਰੋਗੇ ਤੇ ਕੁਆਲਿਟੀ ਦੇਣਾ ਮੇਰਾ ਕੰਮ ਆ। ਠੀਕ ਹੈ, ਕਿਤੇ ਵੀ ਤੁਹਾਨੂੰ ਇਹ ਲੱਗਿਆ ਵੀ ਯਾਰ ਬੰਦੇ ਦਾ ਕੋਰਸ ਲੈ ਕੇ ਸਵਾਦ ਨਹੀਂ ਆਇਆ, ਤਾਂ ਤੁਸੀਂ ਪੈਸੇ ਵਾਪਸ ਲੈ ਲਿਓ। ਇਹ ਤੁਹਾਡੇ ਨਾਲ ਮੈਂ ਕਮਿਟਮੈਂਟ ਕਰਦਾ ਇਸ ਚੀਜ਼ ਦੀ। ਠੀਕ ਹੈ, ਸੋ ਪਹਿਲਾਂ ਆਪਾਂ ਦੇਖ ਲਈਏ, ਤੁਸੀਂ ਕਹੋਗੇ ਦੱਸਿਆ ਤਾਂ ਹੈ ਨਹੀਂ ਵੀ ਹੈ ਕੀ ਹੈ, ਤੇ ਪਹਿਲਾਂ ਹੀ ਗਰੰਟੀਆਂ ਦੇਣ ਲੱਗ ਗਏ ਹੈ ਨਾ। ਸੋ ਇਹ 2200 ਸਵਾਲ ਹੈ ਜਿਹੜਾ, ਇਹਨਾਂ ਨੂੰ ਆਪਾਂ ਚੈਪਟਰ ਵਾਈਜ਼ ਡਿਵਾਈਡ ਕੀਤਾ ਹੋਇਆ ਸਾਰੇ। ਕੰਪਿਊਟਰ ਇੱਕ ਸਬਜੈਕਟ ਹੈ, ਜਿਵੇਂ ਇਹਦੇ ਵਿੱਚੋਂ ਕੰਪਿਊਟਰ ਦੇ ਸਾਰੇ ਸਵਾਲ ਇਹ ਤੁਹਾਨੂੰ 14 ਤੋਂ 15 ਚੈਪਟਰਾਂ ਦੇ ਵਿੱਚ ਮਿਲਣਗੇ। ਸੇਮ ਹੀ ਇਹ ਕੁਆਂਟ ਮੈਥ ਆਉਂਦਾ, ਉਹਦੇ ਵੀ, ਰੀਜ਼ਨਿੰਗ ਦੇ ਵੀ, ਇੰਗਲਿਸ਼ ਦੇ ਵੀ, ਪੰਜਾਬੀ ਦੇ ਵੀ, ਜਰਨਲ ਸਟੱਡੀ ਦੇ, ਤੁਹਾਨੂੰ ਸਾਰੇ ਕੁਐਸਚਨ ਹੀ ਚੈਪਟਰ ਵਾਈਜ਼ ਮਿਲਣਗੇ। ਜਿਵੇਂ ਤੁਸੀਂ ਫੰਡਾਮੈਂਟਲ ਰਾਈਟ ਪੋਲਿਟੀ ਦਾ ਪੜ੍ਹੋਗੇ, ਇੱਥੇ ਤੁਹਾਨੂੰ ਫੰਡਾਮੈਂਟਲ ਰਾਈਟ ਚੈਪਟਰ ਮਿਲੂਗਾ ਜਿਹਦੇ ਵਿੱਚ ਤੁਸੀਂ ਐਜ਼ ਏ ਕੁਇਜ਼ ਸਿਰਫ ਅਸੀਂ ਪੁਰਾਣੇ ਕੁਐਸਚਨ ਦੇਵਾਂਗੇ, ਕੋਈ ਨੈਟ ਤੋਂ ਕੁਐਸਚਨ ਨਹੀਂ ਪਾਉਂਦੇ। ਹਰੇਕ ਕੁਐਸਚਨ ਦੇ ਨਾਲ ਲੇਬਲ ਲੱਗਿਆ ਹੋਊਗਾ। ਠੀਕ ਆ, ਉਹ ਤੁਹਾਨੂੰ ਮੈਂ ਦਿਖਾਊਂਗਾ ਪਲੇਟਫਾਰਮ ਕਿਵੇਂ ਦਾ ਦਿਖੂਗਾ, ਤਾਂ ਤੁਸੀਂ ਉਸ ਕੁਐਸਚਨ ਨੂੰ ਅਟੈਂਪਟ ਕਰਕੇ ਆਪਦੀਆਂ ਕੈਪੇਬਿਲਿਟੀ ਚੈੱਕ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਥਿਊਰੀ ਪੜ੍ਹਨ ਦੀ ਹੋਰ ਲੋੜ ਹੈ ਕਿ ਆਪਣਾ ਕੰਮ ਠੀਕ ਆ। 4 ਨੰਬਰ ਦਾ ਸਵਾਲ ਹੋਊਗਾ, ਹਰੇਕ ਰੋਂਗ ਅਟੈਂਪਟ ਤੇ -1 ਤੁਹਾਡਾ ਕੱਟਿਆ ਜਾਊਗਾ, ਕਿਉਂਕਿ ਜ਼ਿਆਦਾਤਰ ਸਾਨੂੰ ਨੈਗੇਟਿਵ ਮਾਰਕਿੰਗ ਹੀ ਉਲਝਾ ਕੇ ਲੈ ਜਾਂਦੀ ਹੈ ਨਾ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਟੈਂਪਟ ਕਿਵੇਂ ਕਰਨੀ ਆ। ਤਾਂ ਇਹ ਜਿੰਨੇ ਵੀ ਸਾਰੇ ਟੈਸਟ ਹੋਣਗੇ ਤੁਹਾਨੂੰ ਪ੍ਰਪੇਅਰ ਕਰਨਾ ਇੱਕ ਨੈਗੇਟਿਵ ਮਾਰਕਿੰਗ ਦੇ ਲਈ, ਕਿ ਉੱਥੇ ਅਸੀਂ ਰਿਸਕ ਲੈਣਾ ਹੈ ਕਿ ਨਹੀਂ ਲੈਣਾ, ਉਹ ਪਤਾ ਲੱਗੂਗਾ। ਪ੍ਰੈਕਟਿਸ ਦੇ ਨਾਲ ਹੀ ਹੋਊਗਾ ਨਾ, ਉਸ ਤੋਂ ਬਿਨਾਂ ਤਾਂ ਨਹੀਂ ਨਾ ਹੋ ਸਕਦਾ। ਇੱਕ ਕੁਐਸਚਨ ਦਾ ਸਟੈਂਡਰਡ ਕਿਉਂਕਿ ਪੁਰਾਣੇ ਪੇਪਰਾਂ ਦੇ ਵਿੱਚ ਆਇਆ ਹੋਇਆ, ਦੂਜਾ ਉਵੇਂ ਦਾ এনवायरमेंट, ਤਾਂ ਸਾਡੀ ਤਿਆਰੀ ਹੈ ਜਿਹੜੀ ਬਾਕੀ ਬੱਚਿਆਂ ਨੂੰ ਤਕੜੀ ਹੋਊਗੀ ਕਿ ਨਹੀਂ ਹੋਊਗੀ। ਠੀਕ ਹੈ, ਸੋ ਜੇ ਤੁਸੀਂ ਇਹਦੇ ਹਿਸਾਬ ਨਾਲ ਇਸ ਤਰ੍ਹਾਂ ਸੋਚੋਗੇ, ਜਿਵੇਂ ਐਗਜ਼ਾਮੀਨਰ ਆਪਾਂ ਨੂੰ ਕੁਐਸਚਨ ਪੁੱਛਦਾ ਹੈ ਉਸ ਲੈਵਲ ਦੀ ਤਿਆਰੀ ਹੋਊਗੀ, ਤਾਂ ਹੋ ਹੀ ਨਹੀਂ ਸਕਦਾ ਕਿ ਸਾਡਾ ਸਵਾਲ ਅੜ ਜਾਊਗਾ, ਹੈ ਨਾ। ਅਸੀਂ ਇਹਦੇ ਵਿੱਚ ਤੁਹਾਨੂੰ ਹਰ ਸਬਜੈਕਟ ਦੇ ਚੈਪਟਰ ਵਾਈਜ਼ ਕੁਐਸਚਨ ਦੇਵਾਂਗੇ। ਫਿਰ ਦੂਸਰੇ ਲੈਵਲ ਦੇ ਵਿੱਚ ਤੁਹਾਨੂੰ ਸਬਜੈਕਟ ਵਾਈਜ਼ ਮਿਲਣਗੇ। ਇੱਥੇ ਤੁਹਾਨੂੰ ਰੀਜ਼ਨਿੰਗ ਕਹਿ ਲਓ, ਕੰਪਿਊਟਰ ਕਹਿ ਲਓ, ਇੰਗਲਿਸ਼ ਕਹਿ ਲਓ, ਇੱਥੇ ਸ਼ਿਫਟ ਵਾਈਜ਼ ਸਾਰੀਆਂ ਸ਼ਿਫਟਾਂ ਦੇ ਕੁਐਸਚਨ ਤੁਹਾਨੂੰ ਇਕੱਠੇ ਮਿਲ ਜਾਣਗੇ। ਜਿਵੇਂ ਆਪਾਂ ਇੱਥੇ ਥਿਊਰੀ ਦੀ ਗੱਲ ਕੀਤੀ ਆ, ਕੁਐਸਚਨਾਂ ਦੀ ਗੱਲ ਕੀਤੀ ਹੈ, ਵੀ ਜਿਵੇਂ ਜਿਹੜਾ ਸ਼ਿਫਟ 1 ਹੈ, ਜਿਵੇਂ SI 17 ਅਗਸਤ 2021 ਪੇਪਰ 1 ਸ਼ਿਫਟ 1, ਇਹਦੇ ਆਪਾਂ ਨੂੰ ਟੋਟਲ 6 ਸਬਜੈਕਟ ਮਿਲ ਜਾਣਗੇ ਇਕੱਠੇ। ਯਾਨੀ ਕਿ ਆਪਾਂ ਕਹਿ ਲਈਏ ਵੀ 17 ਅਗਸਤ 2021 ਦਾ S1 ਦੇ ਵਿੱਚ ਪਏ ਹੋਣਗੇ ਆਪਣੇ ਕੋਲੇ ਕੰਪਿਊਟਰ ਦੇ, ਇੰਗਲਿਸ਼ ਦੇ, ਰੀਜ਼ਨਿੰਗ ਦੇ 30 ਸਵਾਲ, ਜਿਹੜੇ ਦੇ 20 ਆਏ ਨੇ, ਚਲੋ ਪੰਜਾਬੀ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ 20 ਆਏ ਨੇ, ਜਿਹਦੇ 50 ਆਏ ਨੇ 50 ਸਬਜੈਕਟ ਵਾਈਜ਼ ਮਿਲ ਜਾਣਗੇ ਤੁਹਾਨੂੰ। ਠੀਕ ਹੈ,
ਤੇ ਅਗਲੇ ਦੇ ਵਿੱਚ ਈਅਰ ਬਾਈ ਤੁਹਾਨੂੰ 100 ਦਾ 100 ਕੁਐਸਚਨ ਪੂਰਾ ਪੇਪਰ ਮਿਲੂਗਾ। ਇਹਦੇ ਵਿੱਚ ਟਾਈਮ ਲਿਮਿਟ ਵੀ ਓਨੀ ਹੋਊ, ਮੈਨੂੰ ਲੱਗਦਾ ਸ਼ਾਇਦ 2 ਘੰਟੇ ਦਾ ਸਮਾਂ ਸੀ ਆਪਣੇ ਕੋਲੇ ਪੇਪਰ ਦਾ ਐਗਜ਼ੈਕਟ। ਮੈਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਜੇ ਮੈਂ ਕੁਝ ਉੱਪਰ ਨੀਚੇ ਹੋ ਗਿਆ ਹੋਵੇ ਤਾਂ ਪੂਰਾ ਤੁਹਾਨੂੰ ਓਨਾ ਸਮਾਂ ਮਿਲੂਗਾ, ਓਨੇ ਹੀ ਮਾਰਕਸ ਦਾ 4 ਨੰਬਰ ਦਾ ਕੁਐਸਚਨ, ਸਾਰੇ ਸਟੈਟਿਸਟਿਕਸ ਸੇਮ ਨੇ। ਤਾਂ ਇਸ ਤਰੀਕੇ ਨਾਲ ਤੁਸੀਂ ਅਟੈਂਪਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਚੈਪਟਰ ਵਾਈਜ਼ ਜਾਇਓ, ਕਿਉਂਕਿ ਆਪਾਂ ਸਾਰਾ ਤਾਂ ਪੜ੍ਹ ਨਹੀਂ ਸਕਦੇ, ਪੋਲਿਟੀ ਸਾਰਾ ਪੜ੍ਹ ਨਹੀਂ ਸਕਦੇ। ਪਹਿਲਾਂ ਪੋਲਿਟੀ ਦੇ ਇਕੱਲੇ ਫੰਡਾਮੈਂਟਲ ਰਾਈਟ ਪੜ੍ਹ ਲਏ, ਪ੍ਰੀਐਂਬਲ ਪੜ੍ਹ ਲਿਆ, ਪ੍ਰੈਜ਼ੀਡੈਂਟ ਪੜ੍ਹ ਲਿਆ, ਹੈ ਨਾ। ਉਸ ਤਰ੍ਹਾਂ ਕਰਕੇ ਤੁਸੀਂ ਆਪਦੀਆਂ ਕੈਪੇਬਿਲਿਟੀ ਚੈੱਕ ਕਰ ਲਓਗੇ। ਜਦੋਂ ਤੁਹਾਡਾ ਪੋਲਿਟੀ ਕੰਪਲੀਟ ਹੋ ਗਿਆ, ਸਾਰਾ ਸਬਜੈਕਟ ਪੂਰਾ ਹੋ ਗਿਆ, ਜਾਂ ਜਨਰਲ ਸਟੱਡੀ ਕਹਿ ਲਓ, ਜਨਰਲ ਸਟੱਡੀ ਕੰਪਲੀਟ ਹੋ ਗਿਆ, ਤਾਂ ਸਬਜੈਕਟ ਵਾਈਜ਼ ਦੇ ਵਿੱਚ 11 ਜਿਹੜੇ ਟੈਸਟ ਹੋਣਗੇ 50-50 ਨੰਬਰ ਦਾ ਹਰੇਕ, ਤੁਹਾਨੂੰ ਜਨਰਲ ਸਟੱਡੀ ਦੇ ਮਿਲ ਜਾਣਗੇ। ਉਵੇਂ ਹੀ 11 ਟੈਸਟ ਤੁਹਾਨੂੰ ਮਿਲਣਗੇ ਰੀਜ਼ਨਿੰਗ ਦੇ, 11 ਟੈਸਟ ਕੰਪਿਊਟਰ ਦੇ, 11 ਹੀ ਟੈਸਟ ਇੰਗਲਿਸ਼ ਦੇ, 11 ਹੀ ਪੰਜਾਬੀ ਦੇ। ਸੋ ਇਸ ਤਰ੍ਹਾਂ ਕਰਕੇ ਸਬਜੈਕਟ ਵਾਈਜ਼ ਦੇ ਵਿੱਚ 11 ਹਰ ਇੱਕ ਸਬਜੈਕਟ ਦੇ ਤੁਹਾਨੂੰ ਟੈਸਟ ਮਿਲਣਗੇ। ਜਦੋਂ ਤੁਹਾਡੇ ਸਾਰੇ ਸਬਜੈਕਟ ਹੋ ਗਏ, ਫਿਰ ਤੁਸੀਂ ਈਅਰ ਵਾਈਜ਼ ਦੇ ਵਿੱਚ ਪੂਰੇ ਦਾ ਪੂਰਾ ਪੇਪਰ ਤੁਹਾਨੂੰ ਮਿਲ ਜੂਗਾ 100 ਕੁਐਸਚਨਾਂ ਦਾ। ਉੱਥੇ ਕੀ ਹੈ ਕਿ ਅਸੀਂ ਨਰਵਸ ਹੁੰਦੇ ਹਾਂ, ਸਮਾਂ ਟਾਈਮ ਮੈਨੇਜਮੈਂਟ ਅਸੀਂ ਸਿੱਖਾਂਗੇ, ਨੈਗੇਟਿਵ ਮਾਰਕਿੰਗ, ਓਵਰਆਲ 2 ਘੰਟੇ ਅਸੀਂ ਬੈਠ ਪਾਉਂਦੇ ਹਾਂ ਕਿ ਨਹੀਂ ਪਾਉਂਦੇ, ਉਹ ਸਾਰੀਆਂ ਕੈਪੇਬਿਲਿਟੀ ਆਪਾਂ ਈਅਰ ਵਾਈਜ਼ ਦੇ ਵਿੱਚ ਸਿੱਖਾਂਗੇ। ਸੋ ਇਹ ਸਾਡਾ ਪਲੇਟਫਾਰਮ ਹੈ। ਤੇ ਜੇ ਆਪਾਂ ਗੱਲ ਕਰੀਏ ਅੱਗੇ ਤਾਂ ਇਹ binary-instructor.org ਇਸ ਵਾਲੀ ਸਾਈਟ ਹੈ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਇਹ ਸਾਈਟ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਕਿਵੇਂ ਦਾ ਥੋੜਾ ਜਿਹਾ ਪਲੇਟਫਾਰਮ ਦਿਖਦਾ, ਇੱਥੇ ਜਾ ਕੇ ਆਪਾਂ ਦੇਖ ਸਕਦੇ ਹਾਂ। ਤੇ ਚਾਰਜਸ ਵਗੈਰਾ ਵੀ ਮੈਂ ਤੁਹਾਨੂੰ ਦੱਸ ਦੂੰਗਾ, ਤੁਸੀਂ ਟਾਈਪ ਕਰੋਗੇ binary-instructor.org, ਤੁਹਾਨੂੰ ਇਹ ਵਾਲਾ ਜਿਹੜਾ ਹੈ ਪਲੇਟਫਾਰਮ ਦਿਖੂਗਾ, ਹੈ ਨਾ। ਇੱਥੋਂ ਜਾ ਕੇ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ, ਜਾ ਕੇ ਅੱਗੇ ਮੈਂ ਪ੍ਰੋਸੈਸ ਦੱਸ ਦੂੰਗਾ ਵੀ ਕਿਸ ਤਰ੍ਹਾਂ ਤੁਸੀਂ ਅਕਾਊਂਟ ਵਗੈਰਾ ਕ੍ਰੀਏਟ ਕਰਨਾ, ਠੀਕ ਆ। ਸੋ ਹੁਣ ਥੋੜਾ ਜਿਹਾ ਆਪਾਂ ਫੀਸ ਸਟਰਕਚਰ ਤੇ ਗੱਲ ਕਰ ਲੈਂਦੇ ਹਾਂ, ਕਿਉਂਕਿ ਅਸੀਂ ਹਰ ਸਬਜੈਕਟ ਦੇ ਅਸੀਂ ਐਕਸਪਰਟ ਹਾਇਰ ਕੀਤੇ ਨੇ। 2 ਤੋਂ 3 ਟੀਚਰ ਨੇ ਜਿਹੜੇ ਹਰ ਸਬਜੈਕਟ ਦੇ ਸਾਡੇ ਨਾਲ ਕੰਮ ਕਰ ਰਹੇ ਨੇ। ਉਹ ਇਹਨਾਂ ਚੀਜ਼ਾਂ ਤੇ ਇਨਸ਼ੋਰ ਕਰ ਰਹੇ ਨੇ ਵੀ ਉਸ ਕੁਐਸਚਨ ਦਾ ਆਨਸਰ ਆਪਾਂ ਸਹੀ ਲਗਾਇਆ, ਚੈਪਟਰ ਵਾਈਜ਼ ਉਹਦੀ ਡਿਵੀਜ਼ਨ ਕਿਵੇਂ ਕਰਨੀ ਹੈ। ਤੇ ਬਾਕੀ ਤੁਸੀਂ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਇਸ ਪਲੇਟਫਾਰਮ ਦੇ ਵਿੱਚ, ਫੋਰਮ ਤੁਹਾਨੂੰ ਮਿਲੂਗਾ, ਤੁਸੀਂ ਸਾਰੇ ਬੱਚੇ ਆਪਸ ਦੇ ਵਿੱਚ ਡਿਸਕਸ ਵੀ ਕਰ ਸਕਦੇ ਹੋ। ਤੁਹਾਨੂੰ ਕੋਈ ਡਾਊਟ ਆਉਂਦਾ ਤੁਸੀਂ ਫੋਰਮ ਤੇ ਪਾ ਸਕਦੇ ਹੋ, ਤੁਸੀਂ ਆਪਸ 'ਚ ਡਿਸਕਸ ਕਰੋਗੇ। ਅਗਰ ਕੋਈ ਜ਼ਿਆਦਾ ਐਵੇਂ ਦਾ ਟੀਚਰ ਨੂੰ ਪੁੱਛਣ ਵਾਲੀ ਗੱਲ ਹੈ ਤਾਂ ਤੁਸੀਂ ਟੀਚਰ ਨੂੰ ਵੀ ਮੈਸੇਜ ਕਰ ਸਕਦੇ ਹੋ, ਠੀਕ ਹੈ। ਸੋ ਹੁਣ ਆਪਾਂ ਕੋਰਸ ਦੀ ਫੀਸ ਦੀ ਆਪਾਂ ਗੱਲ ਕਰ ਲੈਂਦੇ ਹਾਂ। ਜਿਵੇਂ ਹੁਣ ਸਬ ਇੰਸਪੈਕਟਰ, ਜੇਕਰ ਤੁਸੀਂ ਇਕੱਲੇ ਕੰਪਿਊਟਰ ਦਾ ਕੋਰਸ ਲੈਣਾ ਹੈ, ਸਿਰਫ ਕੰਪਿਊਟਰ ਦੇ ਹੀ ਕੁਐਸਚਨ ਮਿਲਣਗੇ। ਜਿਵੇਂ ਆਪਣੇ ਕੋਲੇ ਕਹਿ ਲਓ ਵੀ ਟੋਟਲ 11 ਪੇਪਰ ਹੋਏ ਨੇ, ਹਰੇਕ ਦੇ ਵਿੱਚ 30 ਸਵਾਲ ਨੇ, ਤਾਂ 11 ਤੀਆ 33, 330 ਕੁਐਸਚਨ ਤੁਹਾਨੂੰ ਮਿਲਣਗੇ, ਜਿਹੜੇ ਕਿ ਸ਼ਿਫਟ ਵਾਈਜ਼ ਵੀ ਮਿਲਣਗੇ ਤੁਹਾਨੂੰ। ਹਰੇਕ ਸ਼ਿਫਟ ਦੇ 30 ਸਵਾਲ, ਇਹਦੇ 11 ਟੈਸਟ ਹੋ ਜਾਣਗੇ, ਹੈ ਨਾ। ਤੇ ਚੈਪਟਰ ਵਾਈਜ਼ 14 ਤੋਂ 15 ਚੈਪਟਰ ਆਪਣੇ ਕੋਲੇ ਹੈਗੇ ਨੇ, ਜ਼ਿਆਦਾ ਹੀ ਨਹੀਂ ਵੈਸੇ, 14 ਤੋਂ 15 ਮੇਨ ਚੈਪਟਰ ਬਣਾਏ ਹੋਏ ਨੇ। ਸੋ ਇਹ ਚੈਪਟਰ ਵਾਈਜ਼ ਤੁਹਾਨੂੰ ਮਿਲਣਗੇ। ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਤੁਹਾਨੂੰ ਇਹ ਪਤਾ ਲੱਗ ਜੂਗਾ ਵੀ ਜਿੰਨਾ ਆਪਾਂ ਪੜ੍ਹਿਆ ਕੰਪਿਊਟਰ ਦਾ, ਕੀ ਸਾਡਾ ਚੈਪਟਰ ਵਾਈਜ਼ ਦੇ ਹਿਸਾਬ ਨਾਲ ਉਵੇਂ ਮਾਰਕਸ ਆ ਰਹੇ ਆ ਕਿ ਨਹੀਂ ਆ ਰਹੇ, ਠੀਕ ਹੈ। ਸੋ ਇਹ ਕੋਰਸ ਹੈਗਾ 270 ਰੁਪਏ ਦਾ, ਜਿਹੜਾ ਕਿ ਅਸੀਂ ਅੱਜ ਹੀ ਲਾਂਚ ਕਰ ਰਹੇ ਹਾਂ, ਅੱਜ ਤੋਂ ਹੀ ਇਹ ਰੈਡੀ ਹੈ, ਤੁਸੀਂ ਲੈ ਸਕਦੇ ਹੋ। ਤੇ ਦੂਸਰੇ ਨੰਬਰ ਤੇ ਜੇਕਰ ਤੁਸੀਂ ਫੁੱਲ ਕੋਰਸ ਲੈਣਾ ਚਾਹੁੰਦੇ ਹੋ, ਫੁੱਲ ਕੋਰਸ ਦੇ ਵਿੱਚ ਕੀ ਹੈ, ਸਾਰੇ ਸਬਜੈਕਟ ਦੇਵਾਂਗੇ ਆਪਾਂ। ਪੇਪਰ 1 ਵੀ ਦੇਵਾਂਗੇ, ਪੇਪਰ 2 ਵੀ ਦੇਵਾਂਗੇ। ਪੇਪਰ 1 ਦੇ ਵੀ 100 ਸਵਾਲ, ਪੇਪਰ 2 ਦੇ ਵੀ 100 ਸਵਾਲ, ਸਾਰੇ ਸਬਜੈਕਟਾਂ ਦੇ। 6 ਮੇਨ ਆਪਾਂ ਸਬਜੈਕਟ ਲਾਏ ਹੋਏ ਨੇ, ਜਿਵੇਂ ਕੰਪਿਊਟਰ ਹੋ ਗਿਆ, ਕੁਆਂਟ, ਪੰਜਾਬੀ, ਰੀਜ਼ਨਿੰਗ ਤੇ ਇੰਗਲਿਸ਼ ਤੇ ਜਨਰਲ ਸਟੱਡੀ। 6 ਸਬਜੈਕਟ ਨੇ। ਵੈਸੇ ਜਨਰਲ ਸਟੱਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ 10-11 ਸਬਜੈਕਟ ਅੱਗੇ ਆ ਜਾਂਦੇ ਨੇ, ਉਹ ਸਾਰੇ ਉਹਦੇ ਵਿੱਚ ਹੀ ਆ ਗਏ। 50 ਨੰਬਰ ਦਾ ਜਨਰਲ ਸਟੱਡੀ ਆਉਂਦਾ, ਹੈ ਨਾ। ਸੋ ਇਹਦੀ ਕਾਸਟ ਹੈਗੀ ਹੈ 530 ਰੁਪਏ। ਇਹ ਸਾਡਾ ਹਜੇ ਫੁੱਲ ਰੈਡੀ ਨਹੀਂ ਹੈ, ਇਹ ਅਸੀਂ ਆਉਣ ਵਾਲੇ 15 ਦਿਨ ਦੇ ਵਿੱਚ ਆਨਲਾਈਨ ਕਰਦੇ ਜਾਵਾਂਗੇ। ਡੇਲੀ ਕੰਮ ਹੋ ਰਿਹਾ, ਕੁਐਸਚਨ ਅਪਲੋਡ ਹੋਏ ਪਏ ਨੇ, ਚੈਪਟਰਾਈਜੇਸ਼ਨ ਹੋਈ ਪਈ ਹੈ, ਸਾਰਾ ਕੰਮ ਫਿਨਿਸ਼ ਹੋਇਆ ਪਿਆ। ਬਸ ਕੀ ਹੈ ਕਿ ਪਲੇਟਫਾਰਮ ਦੇ ਵਿੱਚ ਅੱਗੇ ਫਰੰਟ ਐਂਡ ਤੇ ਜੋ ਦਿਖਾਉਣੇ ਨੇ ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਹੈਗੀਆਂ ਨੇ, ਅਸੀਂ ਜਲਦੀ ਕਰ ਦਾਂਗੇ, ਠੀਕ ਹੈ। ਸੋ ਇਹ 31 ਮਾਰਚ ਤੱਕ ਸਾਡਾ ਟਾਰਗੇਟ ਹੈ। ਵੈਸੇ ਪਹਿਲਾਂ ਹੀ ਕਰ ਦਾਂਗੇ ਆਪਾਂ, ਥੋੜ੍ਹਾ ਜਿਹਾ ਸਮਾਂ ਵੈਸੇ ਜ਼ਿਆਦਾ ਹੀ ਦੱਸ ਰਹੇ ਹਾਂ ਵੀ ਤਾਂ ਕਿ ਤੁਹਾਨੂੰ ਵੇਟ ਨਾ ਕਰਨਾ ਪਵੇ। 31 ਮਾਰਚ ਦੇ ਵਿੱਚ ਇਹਦੀ ਫੀਸ ਹੈ ਜਿਹੜੀ ਉਹ ਵੱਧ ਕੇ ਫੁੱਲ ਕੋਰਸ ਦੀ 680 ਰੁਪਏ ਹੋ ਜਾਣੀ ਹੈ। ਤੇ ਜੇ ਤੁਸੀਂ ਅੱਜ ਹੀ ਐਨਰੋਲ ਕਰਦੇ ਹੋ ਇਸੇ ਕੋਰਸ ਦੇ ਲਈ ਤਾਂ 530 ਰੁਪਏ ਤੁਹਾਨੂੰ ਪੇ ਕਰਕੇ ਤੁਸੀਂ ਇਹ ਕੋਰਸ ਲੈ ਸਕਦੇ ਹੋ। ਤੇ ਨਾਲ ਦੀ ਨਾਲ ਹੀ ਤੁਹਾਨੂੰ ਅਪਡੇਟ ਮਿਲੂਗਾ, ਜਿਵੇਂ 2-4 ਦਿਨਾਂ ਬਾਅਦ ਜਿੰਨਾ ਵੀ ਚੀਜ਼ਾਂ ਹੁੰਦੀਆਂ ਜਾਣਗੀਆਂ, ਤੁਹਾਨੂੰ ਹਰ ਸਬਜੈਕਟ ਦੇ ਨਾਲ ਅਪਡੇਸ਼ਨ ਆਉਂਦੀ ਰਹੂਗੀ, ਠੀਕ ਹੈ। ਸੋ ਇਹ ਸੀਗਾ ਪੇਮੈਂਟ। ਹੁਣ ਅੱਗੇ ਹੈਗਾ ਕਿ ਆਪਾਂ ਕਰਨਾ ਕੀ ਹੈ, ਸਟੈਪ ਕਿਹੜੇ ਨੇ ਪੇਮੈਂਟ ਦੇ ਲਈ। ਸਭ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਕੋਰਸ ਲੈਣਾ ਹੈ, ਤੁਸੀਂ ਪੈਸੇ ਸਾਨੂੰ ਗੂਗਲ ਪੇ ਕਰ ਦਿਓ। ਉਹ ਨੰਬਰ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ, ਮੈਂ ਗੂਗਲ ਫਾਰਮ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ। ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਗੂਗਲ ਫਾਰਮ ਚੈੱਕ ਕਰ ਸਕਦੇ ਹੋ, ਚਾਹੇ ਤੁਸੀਂ ਸਾਈਟ ਤੇ ਵੀ ਚੈੱਕ ਕਰ ਸਕਦੇ ਹੋ। ਤੇ ਨਹੀਂ ਤਾਂ ਮੈਂ ਤੁਹਾਨੂੰ ਦੱਸ ਵੀ ਦਿੰਦਾ, ਵੈਸੇ ਹੀ ਇੱਥੇ ਹੀ ਨੰਬਰ ਦੱਸ ਦੇਣਾ ਮੈਂ
ਤੁਹਾਨੂੰ 94 635 90 346। ਕੁਲਦੀਪ ਸਿੰਘ ਸਿੱਧੂ ਨਾਮ ਤੇ ਇਹ ਗੂਗਲ ਪੇ ਤੁਸੀਂ ਕਰ ਸਕਦੇ ਹੋ, ਪੇਟੀਐਮ ਵਗੈਰਾ, ਫੋਨਪੇ ਕੁਝ ਵੀ ਕਰ ਸਕਦੇ ਹੋ। 94 635 90 346। ਕੋਈ ਵੀ ਇਨਕੁਆਇਰੀ ਕਰਨੀ ਹੈ ਤਾਂ ਤੁਸੀਂ ਇੱਥੇ WhatsApp ਨੰਬਰ ਹੈ ਸਾਡਾ, ਤੁਸੀਂ ਮੈਸੇਜ ਕਰ ਸਕਦੇ ਹੋ। ਤਾਂ ਇਸ ਨੰਬਰ ਤੇ ਤੁਸੀਂ ਜਿਹੜਾ ਵੀ ਕੋਰਸ ਲੈਣਾ ਹੈ, ਕੰਪਿਊਟਰ ਦਾ ਲੈਣਾ ਹੈ, ਤੁਸੀਂ ਇਹ ਵਾਲਾ ਇੰਨੀ ਪੇਮੈਂਟ ਕਰੋ। ਤੇ ਜੇ ਤੁਸੀਂ ਸਬ ਇੰਸਪੈਕਟਰ ਦਾ ਲੈਣਾ ਤਾਂ ਤੁਸੀਂ 530 ਵਾਲੀ ਪੇਮੈਂਟ ਕਰ ਸਕਦੇ ਹੋ। ਤੇ 31 ਮਾਰਚ ਬਾਅਦ ਜਿਹੜੀ ਇਹਦੀ ਕਾਸਟ ਹੈ 680 ਰੁਪਏ ਹੋ ਜਾਣੀ ਹੈ ਨਾ। ਤੇ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ, ਤੁਸੀਂ ਇਹ ਸਾਨੂੰ ਪੇਮੈਂਟ ਕਰੋਗੇ ਗੂਗਲ ਪੇ ਤੇ ਜਾ ਕੇ। ਪੇਮੈਂਟ ਦਾ ਤੁਸੀਂ ਸਕਰੀਨਸ਼ਾਟ ਲੈ ਲਿਓ। ਉਸ ਤੋਂ ਬਾਅਦ ਤੁਸੀਂ ਵੈਬਸਾਈਟ ਤੇ ਜਾਓਗੇ, ਮੈਂ ਦੱਸ ਦੇਣਾ ਤੁਹਾਨੂੰ। ਵੈਬਸਾਈਟ ਤੇ ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਲੌਗਇਨ ਤੇ ਕਲਿੱਕ ਕਰੋਗੇ। ਲੌਗਇਨ ਤੇ ਜਾਣ ਤੋਂ ਬਾਅਦ ਆਪਾਂ ਨੀਚੇ ਜਾਵਾਂਗੇ, ਕ੍ਰੀਏਟ ਨਿਊ ਅਕਾਊਂਟ। ਇੱਥੇ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰੋਗੇ। ਕੋਸ਼ਿਸ਼ ਕਰਿਓ ਕਿ ਆਪਣਾ ਯੂਜ਼ਰ ਨੇਮ ਹੈ ਜਿਹੜਾ ਉਹ ਮੋਬਾਈਲ ਨੰਬਰ ਰੱਖਿਓ, ਤੁਹਾਨੂੰ ਵੀ ਯਾਦ ਰੱਖਣਾ ਥੋੜਾ ਸੌਖਾ ਰਹਿ ਜਾਊਗਾ, ਹੈ ਨਾ। ਆਪਣਾ ਯੂਜ਼ਰ ਨੇਮ ਤੁਸੀਂ ਮੋਬਾਈਲ ਨੰਬਰ ਰੱਖਿਓ, ਪਾਸਵਰਡ ਵਗੈਰਾ ਆਪਣੇ ਹਿਸਾਬ ਨਾਲ ਸੈੱਟ ਕਰ ਦਿਓ। ਇਸ ਤੋਂ ਬਾਅਦ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉਸ ਲਿੰਕ ਤੇ ਜਾ ਕੇ ਤੁਸੀਂ ਗੂਗਲ ਫਾਰਮ ਭਰ ਦਿਓ, ਠੀਕ ਹੈ। ਗੂਗਲ ਫਾਰਮ ਦੇ ਵਿੱਚ ਡਿਟੇਲ ਭੇਜ ਦਿਓ। ਤੇ ਇਸੇ ਫੋਨ ਨੰਬਰ ਤੇ ਜਿਹੜਾ ਮੈਂ ਇਹ ਤੁਹਾਡੇ ਨਾਲ ਫੋਨ ਨੰਬਰ ਸ਼ੇਅਰ ਕੀਤਾ ਹੋਇਆ, ਇੱਥੇ ਤੁਸੀਂ ਮੈਨੂੰ ਸੈਂਡ ਕਰ ਦਿਓ। ਇੱਕ ਤਾਂ ਆਪਣਾ ਨਾਮ, ਦੋ ਚੀਜ਼ਾਂ ਸੈਂਡ ਕਰਨੀਆਂ ਨੇ ਇਸ ਵਾਲੇ ਨੰਬਰ ਤੇ 94 635 90 346। ਇਸੇ ਵਾਲੇ ਫਾਰਮ ਦੇ ਇਸੇ ਵਾਲੇ WhatsApp ਨੰਬਰ ਦੇ ਵਿੱਚ ਇੱਕ ਤਾਂ ਤੁਸੀਂ ਆਪਣਾ ਨੇਮ, ਤਾਂ ਕਰਕੇ ਅਸੀਂ ਆਇਡੈਂਟੀਫਾਈ ਕਰ ਸਕੀਏ ਤੁਹਾਨੂੰ ਵੀ ਤੁਸੀਂ ਤੁਹਾਡਾ ਨਾਮ ਕੀ ਹੈ। ਦੂਸਰੇ ਨੰਬਰ ਤੇ ਤੁਸੀਂ ਯੂਜ਼ਰ ਨੇਮ ਜਿਹੜਾ ਵੀ ਤੁਸੀਂ ਅਕਾਊਂਟ ਕ੍ਰੀਏਟ ਕੀਤਾ, ਹੈ ਨਾ। ਤਾਂ ਇਹ ਦੋ ਚੀਜ਼ਾਂ ਤੁਸੀਂ ਸਾਨੂੰ ਤੀਸਰਾ ਪੇਮੈਂਟ ਸਕਰੀਨਸ਼ਾਟ, ਇਹ ਤਿੰਨ ਚੀਜ਼ਾਂ ਤੁਸੀਂ ਇਸੇ ਨੰਬਰ ਤੇ ਸਾਨੂੰ WhatsApp ਕਰ ਦਿਓ। ਤੇ 24 ਘੰਟੇ ਦੇ ਵਿੱਚ ਜਿਹੜਾ ਤੁਹਾਡਾ ਕੋਰਸ ਆ ਉਹ ਇਨੇਬਲ ਹੋ ਜਾਊਗਾ, ਤੁਹਾਨੂੰ ਵਿਜ਼ੀਬਲ ਹੋ ਜਾਊਗਾ, ਠੀਕ ਆ। ਤਾਂ ਗੂਗਲ ਫਾਰਮ ਦੇ ਵਿੱਚ ਵੀ ਡਿਟੇਲ ਭਰਨੀ ਹੈ। ਸਟੈਪ ਦੱਸ ਦੇਣਾ ਮੈਂ। ਸਭ ਤੋਂ ਪਹਿਲਾ ਸਟੈਪ 1 ਹੈਗਾ ਪੇਮੈਂਟ, ਜਿਹੜਾ ਵੀ ਤੁਸੀਂ ਕੋਰਸ ਲੈਣਾ। ਸਟੈਪ 2 ਹੈਗਾ ਕਿ ਤੁਸੀਂ ਗੂਗਲ ਫਾਰਮ ਫਿਲ ਕਰਿਓ। ਪੇਮੈਂਟ ਕਰਨ ਤੋਂ ਬਾਅਦ ਗੂਗਲ ਫਾਰਮ ਫਿਲ ਹੋ ਜਾਣਾ। ਸਟੈਪ 3 ਹੈਗਾ ਤੁਸੀਂ WhatsApp ਤੇ ਆਪਣੀ ਡਿਟੇਲ ਸ਼ੇਅਰ ਕਰਨੀ। ਇਹਦੇ ਵਿੱਚ ਤੁਹਾਡਾ ਨੇਮ, ਤੇ ਦੂਸਰਾ ਸੀਗਾ ਤੁਹਾਡਾ ਯੂਜ਼ਰ ਨੇਮ, ਤੇ ਤੀਸਰਾ ਸੀਗਾ ਪੇਮੈਂਟ ਸਕਰੀਨਸ਼ਾਟ, ਠੀਕ ਹੈ। ਇਹ ਅਸੀਂ ਇਨੇਬਲ ਕਰ ਦਾਂਗੇ। ਤੇ ਇਹੀ ਆਪਣਾ ਸੀਗਾ ਜਿਹੜਾ ਮੇਨ ਪ੍ਰੀਵੀਅਸ ਈਅਰ ਦੇ ਵਿੱਚ ਆਪਾਂ ਕੰਮ ਕੀਤਾ ਹੋਇਆ। ਹੁਣ ਥੋੜਾ ਬਹੁਤ ਤੁਹਾਨੂੰ ਮੈਂ ਚਲਾ ਕੇ ਦਿਖਾ ਦੇਣਾ। ਸਟੈਟਿਸਟਿਕਸ ਕਿਵੇਂ ਦੇ ਦਿਖਣਗੇ ਤੁਹਾਨੂੰ, ਉਹ ਵੀ ਤੁਹਾਨੂੰ ਮੈਂ ਚੈੱਕ ਕਰਾ ਦੇਣਾ। ਵੈਸੇ ਤਾਂ ਤੁਸੀਂ ਪਲੇਟਫਾਰਮ ਦੇ ਵਿੱਚ ਦੇਖ ਹੀ ਲਓਗੇ, ਪਰ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦੇਣਾ। ਜਿਵੇਂ ਇਹ ਕੰਪਿਊਟਰ ਦਾ ਕੋਰਸ ਹੈ, ਇਹਦੇ ਵਿੱਚ ਸ਼ਿਫਟ ਵਾਈਜ਼ ਆਪਾਂ ਨੂੰ ਸਾਰੇ ਮਿਲਣਗੇ। ਆਪਾਂ ਖੋਲ ਕੇ ਦੇਖਦੇ ਹਾਂ ਸ਼ਿਫਟ ਵਾਈਜ਼ ਦੇ ਵਿੱਚ ਦੇਖੋ, ਜਿਵੇਂ ਇਹ 2022 ਦਾ ਪੇਪਰ 2 ਹੈ, ਉਵੇਂ ਹੀ ਦੂਸਰਾ ਹੈਗਾ ਸ਼ਿਫਟ 3, ਇਹ ਹੈਗਾ 17 ਅਗਸਤ ਦਾ। ਅਗਲਾ ਹੈਗਾ 18 ਅਗਸਤ ਦਾ। ਚੌਥਾ ਹੈਗਾ 19 ਅਗਸਤ ਦਾ। ਪੰਜਵਾਂ 20 ਅਗਸਤ ਦਾ। 6ਵਾਂ 7ਵਾਂ 8ਵਾਂ 9ਵਾਂ 10ਵਾਂ 11ਵਾਂ, ਠੀਕ ਹੈ। ਇਹ ਟੋਟਲ ਆਪਣੇ ਕੋਲੇ ਕਹਿ ਲਓ ਤੁਸੀਂ 11 ਪੇਪਰ ਨੇ। ਇਸ ਨੂੰ ਆਪਾਂ ਓਪਨ ਕਰਕੇ ਦੇਖ ਸਕਦੇ ਹਾਂ, ਅਟੈਂਪਟ ਕੁਇਜ਼। ਤਾਂ ਇਹ ਪਲੇਟਫਾਰਮ ਤੁਹਾਨੂੰ ਦਿਖੂਗਾ। 30 ਕੁਐਸਚਨ ਨੇ, ਕਿਉਂਕਿ ਕੰਪਿਊਟਰ ਦੇ 30 ਕੁਐਸਚਨ ਆਏ ਹੋਏ ਸੀ, ਠੀਕ ਹੈ। ਇਸ ਤਰ੍ਹਾਂ ਦਾ ਪਲੇਟਫਾਰਮ ਹੈ। ਤੁਸੀਂ ਦੇਖ ਸਕਦੇ ਹੋ ਕਿ ਹਰੇਕ ਕੁਐਸਚਨ ਹੈ ਜਿਹੜਾ 4 ਨੰਬਰ ਦਾ ਹੈ, ਠੀਕ ਹੈ। ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ। ਕਲੀਅਰ ਹੋਈ ਗੱਲ? ਫਿਰ ਜੇ ਆਪਾਂ ਗੱਲ ਕਰੀਏ ਨੈਕਸਟ ਚੈਪਟਰ ਵਾਈਜ਼ ਤੁਹਾਨੂੰ ਆਲਰੇਡੀ ਪਤਾ, ਆਪਾਂ ਡਿਸਕਸ ਕਰ ਹੀ ਰਹੇ ਹਾਂ ਵੀਡੀਓਜ਼ ਦੇ ਵਿੱਚ ਵੀ YouTube ਤੇ। ਜਿਵੇਂ ਇਹ ਕੰਪਿਊਟਰ ਦੇ ਨੇ, ਹਿਸਟਰੀ ਐਂਡ ਜਨਰੇਸ਼ਨ, ਕੰਪਿਊਟਰ ਬੇਸਿਕ, CPU, OS, ਹੈ ਨਾ, ਮੈਮਰੀ। ਜਿਵੇਂ ਮੈਮਰੀ ਦੇ ਵਿੱਚ ਅੱਗੇ ਟੈਸਟ ਪਏ ਹੋਏ ਨੇ, ਟੈਸਟ 1 ਤੇ ਟੈਸਟ 2। ਹਰੇਕ ਦੇ ਵਿੱਚ 15 ਸਵਾਲ ਨੇ। ਇਹਦੇ ਵਿੱਚ ਵੀ 15 ਕੁਐਸਚਨ ਨੇ, ਇਹਦੇ ਵਿੱਚ ਵੀ 15 ਕੁਐਸਚਨ ਨੇ, ਠੀਕ ਹੈ, ਜਾਂ ਜਿੰਨੇ ਵੀ ਆਏ ਹੋਏ ਨੇ। ਇਸ ਤਰ੍ਹਾਂ ਕਰਕੇ ਪੂਰੇ ਚੈਪਟਰ ਤੁਹਾਨੂੰ ਮਿਲ ਜਾਣਗੇ। ਤੇ ਸਟੈਟਿਸਟਿਕਸ ਦੇ ਲਈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਸਟੈਟਿਸਟਿਕਸ, ਕੁਐਸਚਨ ਐਨਾਲਿਸਿਸ ਐਂਡ ਸਟੈਟਿਸਟਿਕਸ, ਇਹ ਸਾਰੇ ਹੀ ਕੁਐਸਚਨ ਦੇ ਐਨਾਲਿਸਿਸ ਤੁਹਾਨੂੰ ਇਕੱਠੇ ਮਿਲ ਜਾਣਗੇ। ਜਿਵੇਂ ਆਪਾਂ ਗੱਲ ਕਰੀਏ ਅਕਤੂਬਰ 2022 ਵਾਲਾ ਹੀ ਖੋਲ੍ਹ ਕੇ ਦੇਖ ਲੈਂਦੇ ਆਪਾਂ। ਅਕਤੂਬਰ 2022 ਦੇ ਵਿੱਚ ਸਭ ਤੋਂ ਜ਼ਿਆਦਾ ਕੰਪਿਊਟਰ ਬੇਸਿਕ ਦੇ ਆਪਾਂ ਨੂੰ
ਕੁਐਸਚਨ ਪੁੱਛੇ ਗਏ ਨੇ। 7 ਸਵਾਲ ਕੰਪਿਊਟਰ ਬੇਸਿਕ ਦੇ ਪੁੱਛੇ ਗਏ ਨੇ। MS ਆਫਿਸ ਦੇ ਵਿੱਚ ਆਪਾਂ ਨੂੰ 6 ਸਵਾਲ ਪੁੱਛੇ ਗਏ ਨੇ, ਤੇ ਜਿਵੇਂ BOIP ਦੇ ਆਪਾਂ ਨੂੰ 2 ਸਵਾਲ ਪੁੱਛੇ ਗਏ ਨੇ, ਹੈ ਨਾ। ਸੋ ਜਿਵੇਂ ਵਰਲਡ ਵਾਈਡ ਐਂਡ ਇੰਟਰਨੈਟ ਤੇ ਆਪਾਂ ਨੂੰ 2 ਸਵਾਲ ਪੁੱਛੇ ਗਏ ਨੇ। ਇਹ ਤੁਹਾਨੂੰ 2022 ਦਾ ਸਟੈਟਿਸਟਿਕਸ ਹੈ। ਉਵੇਂ ਹੀ 2021 ਦਾ ਸਾਰਿਆਂ ਦਾ ਸਟੈਟਿਸਟਿਕਸ ਹੈ। ਜੇ ਸਾਰੇ ਪੇਪਰਸ ਦੀ ਗੱਲ ਕਰੀਏ ਆਪਾਂ, ਆਲ ਚੈਪਟਰਸ ਦੀ ਗੱਲ ਕਰੀਏ, ਸਾਰੇ ਚੈਪਟਰ ਦਾ ਤੁਹਾਨੂੰ ਸਟੈਟਿਸਟਿਕਸ ਮਿਲ ਜੂਗਾ, ਹੈ ਨਾ। ਜਿਵੇਂ ਆਪਾਂ ਗੱਲ ਕਰੀਏ ਸਿਕਿਉਰਿਟੀ ਦੇ ਚੈਪਟਰ ਵਿੱਚੋਂ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਗਏ ਨੇ। ਕੰਪਿਊਟਰ ਬੇਸਿਕ ਤੇ ਸਿਕਿਉਰਿਟੀ ਦੇ ਵਿੱਚੋਂ ਜ਼ਿਆਦਾ ਪੁੱਛੇ ਗਏ ਨੇ ਕੰਪਿਊਟਰ ਦੇ, ਠੀਕ ਹੈ। ਸੋ ਜਿਵੇਂ ਤੁਹਾਡੇ ਸਟੂਡੈਂਟਸ ਦੇ ਜ਼ਿਆਦਾਤਰ ਮੈਨੂੰ ਲੱਗਦਾ ਵੀ ਇਹੀ ਚੈਪਟਰ ਵੀਕ ਨੇ, BOIP, ਇਹਦੇ ਤੇ ਆਪਾਂ ਕੰਮ ਕਰਾਂਗੇ। ਵੈਸੇ ਮੈਂ 2 ਘੰਟੇ ਦੀ ਵੀਡੀਓ ਲਾਸਟ ਟਾਈਮ ਵੀ ਪਾਈ ਸੀ, ਪਰ ਉਹ ਸਮਾਂ ਥੋੜਾ ਰਹਿ ਗਿਆ ਸੀ, ਪੇਪਰ ਦੇ ਨੇੜੇ ਜਾ ਕੇ ਪਾਈ ਸੀ ਤਾਂ ਤੁਸੀਂ ਦੇਖ ਨਹੀਂ ਸਕੇ, ਤਾਂ ਉਹਨਾਂ ਨੂੰ ਆਪਾਂ ਤੋੜ ਕੇ ਛੋਟੀਆਂ ਵੀਡੀਓ ਬਣਾ ਕੇ ਦੁਬਾਰੇ ਪਾਵਾਂਗੇ, ਹੈ ਨਾ। ਸੋ ਇਸ ਤਰੀਕੇ ਨਾਲ ਤੁਹਾਨੂੰ ਇਸ ਪਲੇਟਫਾਰਮ ਤੇ ਪੂਰਾ ਐਨਾਲਿਸਿਸ ਮਿਲੂਗਾ, ਤੇ ਇਸ ਐਨਾਲਿਸਿਸ ਦੇ ਹਿਸਾਬ ਦੇ ਨਾਲ ਹੀ ਤੁਸੀਂ ਆਪਣੀ ਪ੍ਰੈਪਰੇਸ਼ਨ ਕਰ ਸਕਦੇ ਹੋ। ਤੇ ਬਾਕੀ ਹੁਣ ਇਸ ਤੋਂ ਬਾਅਦ ਜਿਹੜੀ ਗੱਲ ਰਹੀ ਆਪਾਂ ਵੀ ਕੰਪਿਊਟਰ ਦੀ ਆਪਾਂ ਕਿਵੇਂ ਤਿਆਰੀ ਕਰਾਂਗੇ। ਕੰਪਿਊਟਰ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਜਿਹੜੇ ਬੇਸਿਕ ਉਹੀ ਰਹਿਣਾ। ਬੇਸਿਕ ਮੈਂ ਲੈਵਲ 1 ਦੇ ਵਿੱਚ ਕਰਾਇਆ ਹੋਇਆ ਸੀ, ਜਿਹੜਾ PEET+B ਵਾਸਤੇ ਵੀ ਆਪਾਂ ਤੁਸੀਂ ਕੀ ਪੇਪਰ ਦਿੱਤੇ ਹੋਣਗੇ ਪਹਿਲਾਂ। PEET+B ਵਾਸਤੇ ਸੀ ਜਿਹੜਾ ਲੈਵਲ 1 ਬੇਸਿਕ ਲੈਵਲ ਜਾਂ ਲੈਵਲ 1। ਇਹਦੇ ਵਿੱਚ ਮੈਂ ਸਾਰੇ ਚੈਪਟਰਾਂ ਜੋ 13-14 ਚੈਪਟਰਾਂ ਦੇ ਵਿੱਚੋਂ ਵੀਡੀਓ ਪਾਈਆਂ ਸੀ, ਕਿਉਂਕਿ ਉਹਦੇ 'ਚ 13-14 ਚੈਪਟਰ ਹੀ ਆਉਂਦੇ ਸੀ PEET+B ਦੇ ਵਿੱਚ। ਉੱਥੇ ਆਪਾਂ ਨੂੰ ਜ਼ਿਆਦਾ ਕਹਿ ਲਓ ਸੈਲੂਲਰ ਨੈਟਵਰਕ ਚੈਪਟਰ ਇੱਕ ਆਪਣਾ ਉਹ ਨਹੀਂ ਪੁੱਛਿਆ ਜਾਂਦਾ, ਫਾਈਲ ਸਿਸਟਮ ਦਾ ਨਹੀਂ ਕੋਈ ਕੁਐਸਚਨ ਆਉਂਦਾ, ਤੇ BOIP ਤੇ ਵੀ ਕੁਐਸਚਨ ਨਹੀਂ ਆਉਂਦੇ ਉੱਥੇ, ਹੈ ਨਾ। ਸੋ ਉਹਨਾਂ ਨੂੰ ਆਪਾਂ ਪੂਰੇ ਕਰ ਦਾਂਗੇ। 15-16 ਚੈਪਟਰ ਬਣਦੇ ਨੇ ਟੋਟਲ। ਹੁਣ ਆਪਾਂ ਇਸ ਤੋਂ ਬਾਅਦ ਲੈਵਲ 2 ਤੇ ਲੈਵਲ 2 ਐਂਡ ਲੈਵਲ 3 ਦੇ ਬਾਰੇ ਗੱਲਬਾਤ ਕਰਾਂਗੇ। ਇਹਨਾਂ ਦੇ ਵਿੱਚ ਆਪਾਂ ਸਾਰੇ ਕੁਐਸਚਨ ਦੇਖਾਂਗੇ। ਇਹ ਟੌਪਿਕ ਥਿਊਰੀ ਮੈਂ ਚੰਗੀ ਤਰ੍ਹਾਂ ਕਰਾਊਂਗਾ। ਸੋ ਕੋਈ ਵੀ ਤੁਹਾਨੂੰ ਪੇਡ ਕੋਰਸ ਲੈਣ ਦੀ ਲੋੜ ਨਹੀਂ, ਕਿਤੇ ਵੀ ਜਾਣ ਦੀ ਲੋੜ ਨਹੀਂ, ਕੰਪਿਊਟਰ ਦੀ ਤਿਆਰੀ ਤੁਹਾਨੂੰ ਮੈਂ ਕਰਾਊਂਗਾ, ਠੀਕ ਹੈ। ਪਲੇਟਫਾਰਮ ਮੈਂ ਜ਼ਰੂਰ ਕਹੂੰਗਾ ਵੀ ਤੁਸੀਂ ਆਪ ਵੀ ਲਓ ਤੇ ਅੱਗੇ ਵੀ ਰਿਕਮੈਂਡ ਕਰੋ। ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਅਸੀਂ ਕਿਹਦੇ ਵਾਸਤੇ, ਤੁਹਾਡੇ ਵਾਸਤੇ ਇਨੀਸ਼ੀਏਟਿਵ ਲਿਆ, ਤਾਂ ਜੇ ਸਾਨੂੰ ਵੀ ਇਸ ਚੀਜ਼ ਦੇ ਨਾਲ ਹੌਸਲਾ ਹੋਊਗਾ, ਮੋਟੀਵੇਸ਼ਨ ਹੋਊਗਾ ਕਿ ਤੁਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਹੋ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਸੌਖੀਆਂ ਕਰਾਂਗੇ, ਸੋਲਿਊਸ਼ਨ ਲੈ ਕੇ ਆਵਾਂਗੇ ਇਹਨਾਂ ਚੀਜ਼ਾਂ ਦੇ, ਹੈ ਨਾ। ਸੋ ਮੈਨੂੰ ਲੱਗਦਾ ਕਿ ਇੰਨਾ ਸਫੀਸ਼ੀਐਂਟ ਹੈ। ਹੁਣ ਆਪਾਂ 2-4 ਦਿਨ ਦੇ ਵਿੱਚ ਆਪਾਂ ਜਿਹੜੀਆਂ ਹੈਗੀਆਂ ਨੇ ਨੋਰਮਲ ਕੰਪਿਊਟਰ ਦੀਆਂ ਵੀਡੀਓ ਜਿਹੜੀਆਂ ਸਟਾਰਟ ਕਰਦੇ ਹਾਂ। ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ Google Pay ਦਾ ਲਿੰਕ ਦਿੱਤਾ ਹੋਇਆ। ਬਾਕੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਨਫੋਰਮੇਸ਼ਨ ਕੋਈ ਵੀ ਦੇਖ ਸਕਦੇ ਹੋ। ਕੋਈ ਵੀ ਡਿਟੇਲ ਲੈਣੀ ਹੈ ਤੁਸੀਂ, ਨੰਬਰ ਹੈ, ਮੈਂ ਦੁਬਾਰੇ ਦੱਸ ਦੇਣਾ, ਵੈਸੇ ਪਹਿਲਾਂ ਵੀ ਦੱਸਤਾ, 94635 90 346। ਮੈਨੂੰ WhatsApp ਮੈਸੇਜ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਟੇਲ ਲੈਣੀ ਹੈ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਸੋ ਠੀਕ ਹੈ, ਫਿਰ ਬਾਕੀ ਮਿਲਦੇ ਹਾਂ ਅਗਲੀਆਂ ਵੀਡੀਓ ਦੇ ਵਿੱਚ। ਥੈਂਕ ਯੂ।